ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ। ਹੁਨਰ ਤਾਂ ਹਰ ਕਿਸੇ ਕੋਲ ਹੁੰਦਾ ਹੈ, ਕਿਸੇ ਦਾ ਛੁਪ ਜਾਂਦਾ ਹੈ ਤੇ ਕਿਸੇ ਦਾ ਛਪ ਜਾਂਦਾ ਹੈ। ਪਰਮਾਤਮਾ ਜਦੋਂ ਕਿਸੇ ਨੂੰ ਹੁਨਰ ਦਿੰਦਾ ਹੈ ਤੇ ਉਹ ਵੀ ਦੁੱਗਣਾ, ਤੇ ਉਹਦੇ ਵਿੱਚ ਚਾਰ ਚੰਦ ਹੀ ਲੱਗ ਜਾਂਦੇ ਹਨ। ਤੇ ਤੁਸੀਂ ਪੰਜਾਬ ਵਿੱਚ ਕਈ ਲੋਕ ਆ ਕੇ ਵਸਦੇ ਹਨ, ਭਾਵੇਂ ਉਹ ਉੱਤਰ ਪ੍ਰਦੇਸ਼ ਤੋਂ ਹੋਣ ਤੇ ਭਾਵੇਂ ਉਹ ਬਿਹਾਰ ਤੋਂ ਹੋਣ। ਤੁਸੀਂ ਉਹਨਾਂ ਨੂੰ ਪੰਜਾਬੀ ਬੋਲਦੇ ਤਾਂ ਬਹੁਤ ਵਾਰੀ ਦੇਖਿਆ ਹੋਊਗਾ। ਅੱਜ ਸਾਡੇ ਨਾਲ ਮੌਜੂਦ ਨੇ ਇੱਕ ਸਿੰਗਰ ਜਿਹੜੇ ਪੰਜਾਬੀ ਦੇ ਨਾਲ ਤਮਿਲ ਤੇਲਗੂ ਵਿੱਚ ਵੀ ਗੀਤ ਗਾਉਂਦੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੇ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ, ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਤੁਸੀਂ ਪੰਜਾਬੀ ਵਿੱਚ ਗੀਤ ਗਾਉਂਦੇ ਸੀ ਤੇ ਤਮਿਲ ਤੇਲਗੂ ਵੱਲ ਕਿੱਦਾਂ ਤੁਹਾਡਾ ਬਣਿਆ, ਸਾਨੂੰ ਆਪਣਾ ਜ਼ਰੂਰ ਦੱਸੋ। ਤਮਿਲ ਤੇਲਗੂ ਵੱਲ ਜਾਣਾ ਸਿਰਫ ਇੱਕ ਯੂਨੀਕਨੈਸ ਕਰਕੇ ਹੈ। ਹਾਲਾਂਕਿ ਮੇਰਾ ਇਹਦਾ ਕੋਈ ਐਸਾ ਸੋਚਿਆ ਸਮਝਿਆ ਨਹੀਂ ਸੀ ਕਿ ਮੈਂ ਤਮਿਲ ਤੇਲਗੂ ਗਾਉਣੇ ਨੇ। ਹਾਂ, ਮੈਨੂੰ ਕਰਨਾਟਕੀ ਸੰਗੀਤ ਬਹੁਤ ਪਸੰਦ ਹੈ, ਕਿਉਂਕਿ ਜਿਹੜਾ ਸਾਡੇ ਇੱਧਰਲੇ ਪਾਸੇ ਗਾਇਆ ਜਾਂਦਾ ਸੰਗੀਤ, ਇਹਨੂੰ ਅਸੀਂ ਨਾਰਥ ਇੰਡੀਅਨ, ਉੱਤਰ ਭਾਰਤੀ ਸੰਗੀਤ ਕਹਿੰਦੇ ਹਾਂ। ਕਿਉਂਕਿ ਮੈਨੂੰ ਜਦੋਂ ਸੰਗੀਤ, ਸ਼ਾਸਤਰੀ ਸੰਗੀਤ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ, ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ, ਹਾਲਾਂਕਿ ਮੇਰੇ ਸਭ ਤੋਂ ਵੱਡਾ ਟ੍ਰੈਜੇਡੀ ਹੈ ਮੇਰੀ ਲਾਈਫ ਦੀ ਕਿ ਮੈਨੂੰ ਬਚਪਨ ਦੇ ਵਿੱਚ ਜਦੋਂ ਮੇਰੀ ਸਿੱਖਣ ਦੀ ਜੋ ਉਮਰ ਹੁੰਦੀ ਹੈ ਐਕਚੁਅਲ ਦੇ ਵਿੱਚ, ਉਹਦੇ 'ਚ ਸਿੱਖਣਾ ਨਸੀਬ ਨਹੀਂ ਹੋਇਆ। ਅਤੇ ਉਹਦੇ ਵਿੱਚ ਕਿਉਂਕਿ ਨਾ ਫੈਮਿਲੀ ਨੂੰ ਮੈਂ ਪ੍ਰੈਸ਼ਰਾਈਜ਼ ਕਰ ਸਕਦਾ ਸੀ, ਕਿਉਂਕਿ 4 ਭੈਣਾਂ ਦਾ ਸਭ ਤੋਂ ਛੋਟਾ ਇੱਕ ਲਾਡਲਾ ਭਰਾ ਸੀ। ਪਰ ਹਾਂ, ਪਰਿਵਾਰ ਦੇ ਵਿੱਚ ਫਾਦਰ ਸਾਹਿਬ ਮੇਰੇ ਮਜ਼ਦੂਰੀ ਕਰਦੇ ਸੀ ਅਤੇ ਉਹਨਾਂ ਨੂੰ ਉਸ ਮਜ਼ਦੂਰੀ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਬੜੀ ਅੱਛੀ ਵਿੱਦਿਆ ਦਵਾਈ, ਪੜ੍ਹਾਇਆ ਲਿਖਾਇਆ, ਸਭ ਕੁਝ ਕੀਤਾ, ਸਾਡੇ ਤਨ ਢੱਕੇ, ਸਾਡੇ ਢਿੱਡ ਭਰੇ। ਪਰ ਮੈਂ ਫਿਰ ਉਹਨਾਂ 'ਤੇ ਮੈਨੂੰ ਐਂ ਲੱਗਦਾ ਸੀ ਇਹ ਵੱਖਰੇਵਾਂ ਜਿਹੜਾ ਇੱਕ ਅਲੱਗ ਤੋਂ ਬੋਝ ਪਾਉਣਾ ਕਿ ਮੇਰੀ ਆਹ ਫੀਸ ਵੀ ਕੱਢ ਕੇ ਦਿਓ। ਅਸੀਂ ਕੈਰੀਕੂਲਮ ਐਕਟੀਵਿਟੀਜ਼ ਦੇ ਵਿੱਚ ਬਹੁਤਾ ਜ਼ਿਆਦਾ ਨਹੀਂ ਸੀ ਰਹੇ ਪਰਿਵਾਰ ਵਾਲੇ, ਅਤੇ ਫਿਰ ਮੈਨੂੰ ਐਂ ਲੱਗਦਾ ਸੀ ਇਹ ਨਹੀਂ ਕਰਨਾ ਚਾਹੀਦਾ। ਠੀਕ ਹੈ, ਜੇ ਮੈਂ ਕਮਾ ਲੂੰਗਾ ਤਾਂ ਮੈਂ ਕਰ ਲੂੰ, ਪਰ ਮੇਰੀ ਉਦੋਂ ਕਮਾਈ ਦਾ ਕੋਈ ਹੀਲਾ ਵਸੀਲਾ ਨਹੀਂ ਸੀ, ਪੜ੍ਹਦਾ ਸੀ ਹਲੇ। ਅਤੇ ਫਿਰ ਜਦੋਂ ਸਿੱਖਣ ਨੂੰ ਨਾ ਮਿਲਣਾ ਅਤੇ ਕਦੀ ਲੱਭਦੇ ਫਿਰਨਾ ਵੀ ਕਦੀ ਕੋਈ ਸਿਖਾ ਦੇਵੇ, ਅਤੇ ਇੱਕ ਸ਼ਖਸ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਜਦੋਂ ਆਪਣੇ ਕੋਲ ਕਿਸੇ ਦੇ ਥਰੂ ਮੈਂ ਪਹੁੰਚਿਆ ਵੀ ਹਾਂਜੀ ਮੈਂ ਸਿੱਖਣਾ, ਬੜੇ ਦਿੱਗਜ ਲੋਕ ਨੇ, ਅਤੇ ਉਹਨਾਂ ਮੈਨੂੰ ਕਿਹਾ ਵੀ ਬੇਟਾ ਦੇਖੋ, ਜਿਹਦੇ ਕੋਲ ਵੀ ਸਿੱਖਣ ਜਾਓਗੇ ਉਹਦਾ ਵੀ ਘਰ ਉਸੇ ਕਮਾਈ ਨਾਲ ਚੱਲਦਾ, ਅਤੇ ਤੁਸੀਂ ਘੱਟੋ ਘੱਟ 500 ਰੁਪਈਆ 1000 ਰੁਪਈਆ ਕੁਝ ਉਹ ਤੁਹਾਡੇ ਤੋਂ ਲੈਣਗੇ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤਾਂ ਇਹ ਪਤਾ ਹੀ ਹੋਣ ਲੱਗਿਆ ਕਿ ਸਿੱਖਣ ਲਈ ਪੈਸੇ ਦੀ ਲੋੜ ਪੈਂਦੀ ਹੈ। ਉਮਰ ਛੋਟੀ ਸੀ, ਨਿਆਣਪੁਣਾ ਸੀ, ਪਤਾ ਨਹੀਂ ਸੀ। ਅਤੇ ਫਿਰ ਉਹਨਾਂ ਮੈਨੂੰ ਇਹ ਪੁੱਛਿਆ ਕਿ ਤੁਸੀਂ ਪੈਸੇ ਕਮਾਉਣੇ ਆ ਕਿ ਸੰਗੀਤ ਦੀ ਸੇਵਾ ਕਰਨੀ ਹੈ। ਮੇਰਾ ਇਹ ਮਨ ਸੀ, ਮੈਂ ਉਦੋਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਸੰਗੀਤ ਦੀ ਸੇਵਾ ਕਰਨੀ ਚਾਹੁੰਦਾ। ਅਤੇ ਕਰਦਿਆਂ ਫਿਰ ਮੈਨੂੰ ਉਹਨਾਂ ਨੇ ਜਦੋਂ ਇਹ ਜਵਾਬ ਦਿੱਤਾ ਕਿ ਪੈਸੇ ਲੱਗਣਗੇ, ਮੇਰੇ ਹੱਥ ਖੜ੍ਹੇ ਸੀ। ਮੈਂ ਉਹਨਾਂ ਨੂੰ ਇਹ ਕਿਹਾ ਵੀ ਭਾਈ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗੇ। ਉਹਨਾਂ ਦਾ ਇੱਕੋ ਜਵਾਬ ਸੀ ਕਿ ਬੇਟਾ ਜਦੋਂ ਪੈਸੇ ਹੋਣਗੇ ਉਦੋਂ ਆਈ। ਅਤੇ ਫਿਰ ਮੈਂ ਉਹਨਾਂ ਕੋਲ ਤਕਰੀਬਨ 15 ਤੋਂ 18 ਸਾਲ ਬਾਅਦ ਗਿਆ ਸੀ। ਅਤੇ ਫਿਰ ਮੈਂ ਜਦੋਂ ਮੇਰੀ ਆਪਦੀ ਮਿਊਜ਼ਿਕ ਅਕੈਡਮੀ ਸੀ ਤਾਂ ਮੈਂ ਆਪ ਸਿਖਾ ਰਿਹਾ ਸੀ। ਫਿਰ ਮੈਨੂੰ ਇੱਕੋ ਗੱਲ ਸਮਝ ਆਈ ਸੀ ਕਿ ਜੇ ਤੁਹਾਨੂੰ ਕੋਈ ਨਹੀਂ ਸਿਖਾਉਂਦਾ ਤਾਂ ਪਰਮਾਤਮਾ ਤੁਹਾਡੀ ਹਰ ਕਮੀ ਪੂਰੀ ਕਰਦਾ, ਤੁਹਾਡੀ ਹਰ ਲੋੜ ਪੂਰੀ ਕਰਦਾ। ਮੈਨੂੰ ਮੌਕੇ ਦੇ ਉੱਤੇ ਕੋਈ ਐਸਾ ਟੀਚਰ ਨਹੀਂ ਸੀ ਮਿਲ ਰਿਹਾ ਜਿਹੜਾ ਮੇਰੀ ਇਸ ਭੁੱਖ ਨੂੰ ਸਮਝਦਾ ਕਿ ਸੰਗੀਤ ਸਿਖਾਉਣ ਦੀ ਜਾਂ ਸਿੱਖਣ ਦੀ ਨੂੰ, ਅਤੇ ਮੈਨੂੰ ਸਿਖਾਉਂਦਾ। ਅਤੇ ਮੈਂ ਹੌਲੀ ਹੌਲੀ ਕਦੀ ਕਿਸੇ ਨੂੰ ਸੁਣਦਾ, ਕਦੀ ਕਿਸੇ ਕੋਲ ਬਹਿੰਦਾ। ਫਿਰ ਗੁਰੂ ਧਾਰਿਆ ਮੁਹੰਮਦ ਰਫੀ ਸਾਹਿਬ ਨੂੰ, ਅਤੇ ਮੁਹੰਮਦ ਰਫੀ ਸਾਹਿਬ, ਲਤਾ ਤਾਈ, ਉਹਨਾਂ ਤੋਂ ਸਿੱਖਣਾ, ਮਤਲਬ ਸੁਣਦਿਆਂ ਸਿੱਖਣਾ। ਸੋਨੂ ਨਿਗਮ, ਮੇਰੇ ਤੋਂ ਥੋੜ੍ਹਾ ਉਮਰ ਦਾ ਫਰਕ ਆ ਉਹਨਾਂ ਦਾ, ਭਾਜੀ ਉਹਨਾਂ ਦਾ, ਅਤੇ ਸੋਨੂ ਨਿਗਮ ਸਰ ਦਾ। ਅਤੇ ਐਕਚੁਅਲ ਦੇ ਵਿੱਚ ਮੈਂ ਸੋਨੂ ਨਿਗਮ ਸਰ ਨੂੰ ਸੁਣਨਾ ਸ਼ੁਰੂ ਕੀਤਾ ਸੀ ਪਹਿਲਾਂ, ਜਦੋਂ ਕੈਸਟਾਂ ਆਉਂਦੀਆਂ ਹੁੰਦੀਆਂ ਸੀ, ਰਫੀ ਕੀ ਯਾਦੇ। ਅਤੇ ਫਿਰ ਮੈਨੂੰ ਲੱਗਿਆ ਪਤਾ ਕਿ ਮੁਹੰਮਦ ਰਫੀ ਸਾਹਿਬ ਕੋਈ ਹੈਗੇ ਨੇ ਅਤੇ ਉਹਨਾਂ ਨੂੰ ਇਹ ਗਾ ਰਹੇ ਨੇ। ਅਤੇ ਫਿਰ ਮੈਂ ਓਰੀਜਨਲ ਵਾਲੇ ਪਾਸੇ ਗਿਆ ਵੀ ਓਰੀਜਨਲ ਕਿੱਦਾਂ ਦਾ ਹੈਗਾ। 19-21 ਦਾ ਫਰਕ ਸੀਗਾ, ਬਹੁਤਾ ਨਹੀਂ। ਫਿਰ ਦੇਖਿਆ ਕਿ ਇੱਕ ਅਸਲੀ ਗਾਇਕੀ ਕੀ ਹੁੰਦੀ ਹੈ, ਸ਼ਾਸਤਰੀ ਸੰਗੀਤ ਕੀ ਹੁੰਦਾ। ਉਹਨਾਂ ਤੋਂ ਗਾਉਣਾ ਸਿੱਖਣਾ ਸ਼ੁਰੂ ਕੀਤਾ। ਗਾਉਂਦਿਆਂ ਕਿਉਂਕਿ ਉਹਨਾਂ ਦਾ ਇੱਕ ਜਿਹੜਾ ਗੀਤ ਮੈਨੂੰ ਮੇਰੇ ਕਿਸੇ ਕਜ਼ਨ ਨੇ ਸੁਜੈਸਟ ਕੀਤਾ ਸੀ ਵੀ ਆਹ ਗਾਇਆ ਕਰ, ਜੇ ਤੈਨੂੰ ਗਾਉਣ ਦਾ ਸ਼ੌਂਕ ਆ ਤਾਂ ਕੁਛ ਕਲਾਸੀਕਲ ਗਾ, ਪੰਜਾਬੀ ਹਿੰਦੀ ਗਾਣੇ ਗਾਵਾਂਗੇ, ਠੀਕ ਆ, ਪਰ ਪਹਿਲਾਂ ਬੇਸ ਬਣਾ ਆਪਣਾ। ਅਤੇ ਉਹ ਬੇਸ ਉਹਨਾਂ ਮੈਨੂੰ ਰਾਗ ਮਾਲਕੌਂਸ ਦੇ ਵਿੱਚ ਉਹਨਾਂ ਨੇ ਗੀਤ ਮੈਨੂੰ ਕਿਹਾ ਸੀਗਾ ਕਿ ਉਹ ਜਿਹਦੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕੋਸ਼ਿਸ਼ ਕਰਦਾ ਰਿਹਾ ਉਹਨੂੰ ਗਾਉਣ ਦੀ। ਰਫੀ ਸਾਹਿਬ ਦਾ ਗੀਤ ਸੀ ਨਗਮਾ, ਉਹ ਬੈਜੂ ਬਾਬਰਾ ਫਿਲਮ ਦੇ ਵਿੱਚੋਂ। ਹੁਣ ਇਹ ਜਿਹੜਾ ਗੀਤ ਹੈ, ਇਹ ਜਿਹੜਾ ਭਜਨ ਹੈ, ਇਹ ਬ੍ਰਿਜ ਭਾਸ਼ਾ ਦੇ ਵਿੱਚ ਹੈ, ਬ੍ਰਿਜ ਦੇ ਵਿੱਚ ਮੈਥਲੀ ਦਾ ਹੈ ਨਾ ਮਿਕਸਚਰ ਆ। ਇਹ ਪੰਜਾਬੀ ਭਾਸ਼ਾ 'ਚ ਨਹੀਂ ਆ, ਪਰ ਫਿਰ ਵੀ ਪੰਜਾਬ ਦੇ ਲੋਕ ਇਸ ਚੀਜ਼ ਨੂੰ ਸੁਣਦੇ ਸੀ ਉਸ ਵੇਲੇ। ਅਤੇ ਹੌਲੀ ਹੌਲੀ ਜਦੋਂ ਇਹ ਸੁਣਨਾ ਘਟਦਾ ਗਿਆ ਅਤੇ ਫਿਰ ਜਦੋਂ ਮੈਨੂੰ ਇਸ ਬਾਰੇ ਸਮਝ ਆਈ ਤਾਂ ਮੇਰਾ ਰੁਝਾਨ ਹੋਰ ਭਾਸ਼ਾਵਾਂ ਨੂੰ ਸੁਣਨ 'ਚ ਹੁੰਦਾ ਰਿਹਾ। ਅਤੇ ਇਸ ਕਰਕੇ ਮੈਂ ਤਮਿਲ ਤੇਲਗੂ ਗਾਣੇ ਸੁਣਨੇ, ਕਿਉਂਕਿ ਕਰਨਾਟਕੀ ਸੰਗੀਤ ਔਰ ਉੱਤਰ ਭਾਰਤੀ ਸੰਗੀਤ 'ਚ ਥੋੜ੍ਹਾ ਜਿਹਾ ਫ਼ਰਕ ਹੈ, ਜ਼ਿਆਦਾ ਨਹੀਂ, ਪਰ ਹਾਂ ਬੜਾ ਪਿਆਰਾ ਔਰ ਮਿੱਠਾ ਫ਼ਰਕ ਹੈ ਜਿਹੜਾ ਹੈਗਾ। ਅਤੇ ਉਹਦੇ ਕਰਕੇ ਮੈਂ ਤੇਲਗੂ ਔਰ ਤਮਿਲ ਦੋਨੋਂ ਗਾਉਣਾ। ਤੇ ਤੁਹਾਨੂੰ ਕੋਈ ਗੁਰੂ ਨਹੀਂ ਮਿਲਿਆ ਛੋਟੇ ਹੁੰਦੇ ਬਚਪਨ ਵਿੱਚ, ਤੇ ਅੱਜ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ, ਉਹਨਾਂ ਨੂੰ ਇੱਕ ਗੁਰੂ ਮਿਲਿਆ ਹੋਇਆ।
ਤੇ ਤੁਹਾਡੀ ਅਕੈਡਮੀ ਕੀ ਹੈ ਕਿ ਬੱਚੇ ਉੱਥੇ ਤੱਕ ਪਹੁੰਚਣ? ਆਪਣੀ ਅਕੈਡਮੀ ਬਾਰੇ ਜ਼ਰੂਰ ਦੱਸੋ। ਹਾਂ, ਲੁਧਿਆਣੇ ਦੇ ਵਿੱਚ ਮੈਂ ਆਪਦੇ ਘਰ ਤੋਂ ਹੀ ਚਲਾਉਣਾ ਵੈਸੇ ਅਕੈਡਮੀ। ਲੁਧਿਆਣਾ ਦੇ ਕਈ ਇੰਸਟੀਟਿਊਸ਼ਨਸ ਦੇ ਵਿੱਚ ਮੈਂ ਪਹਿਲਾਂ ਮਿਊਜ਼ਿਕ ਪੜ੍ਹਾਇਆ, ਮੈਂ ਖੁਦ ਸਿਖਾਇਆ, ਕਿਉਂਕਿ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤਾ ਮੈਡੀਕਲ ਸਾਇੰਸ ਦੇ ਵਿੱਚ 2007 ਦੇ ਵਿੱਚ। ਤੇ ਮੈਨੂੰ ਮੇਰੀ ਚੇਟਕ ਜਿਹੜੀ ਸੀ, ਮੈਂ ਐਜ਼ ਅ ਫਿਜ਼ੀਸ਼ੀਅਨ 15 ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਮੈਂ ਉਸ ਚੀਜ਼ ਨੂੰ ਵਿਡਰਾ ਕੀਤਾ, ਕਿਉਂਕਿ ਮੈਨੂੰ ਲੱਗਦਾ ਸੀ ਕਿ ਜਿਹੜੀ ਇੱਕ ਜਿਹੜਾ ਮੇਰੇ ਅੰਦਰ ਦਾ ਸਪਾਰਕ ਉਹ ਮਿਊਜ਼ਿਕ ਵਾਲੇ ਪਾਸੇ ਹੈ, ਇੱਕ ਆਰਟ ਵਾਲੇ ਪਾਸੇ ਹੈ। ਮੈਂ ਇੱਕ ਅਭਿਨੇਕਾਰ, ਇੱਕ ਅਭਿਨੇਤਾ ਬਣਨਾ ਚਾਹੁੰਦਾ ਜਾਂ ਇੱਕ ਸਿੰਗਰ ਬਣਨਾ ਚਾਹੁੰਦਾ, ਤੇ ਮੇਰੀ ਚੇਟਕ ਇੱਧਰ ਹੈ ਕਿ ਮੈਂ ਇੰਡਸਟਰੀ ਨਾਲ ਕਿਵੇਂ ਜੁੜਿਆ ਰਹਾਂ। ਤੇ ਉਹ ਜਿਹੜਾ ਸਫ਼ਰ ਸੀ ਉਹ ਇਸ ਤਰ੍ਹਾਂ ਚੱਲਦੇ ਆ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਗੁਰੂ ਨਹੀਂ ਮਿਲਿਆ, ਪਰ ਅੱਜ ਤੁਸੀਂ ਬੱਚਿਆਂ ਨੂੰ ਵੀ ਸਿਖਾਉਂਦੇ ਹੋ, ਤੁਸੀਂ ਉਹਨਾਂ ਲਈ ਇੱਕ ਗੁਰੂ ਹੋ। ਆਪਾਂ ਜਦੋਂ ਆਪਣੀ ਲਾਈਫ ਵਿੱਚ ਕੁਝ ਹੰਡਾਇਆ ਹੁੰਦਾ ਨਾ, ਤੇ ਆਪਾਂ ਜਦੋਂ ਅੱਗੋਂ ਹੀ ਕਿਸੇ ਲਈ ਕਰਦੇ ਹਾਂ ਤਾਂ ਇੱਕ ਬੜਾ ਅੱਛਾ ਮੂਮੈਂਟ ਹੁੰਦਾ ਲਾਈਫ ਵਿੱਚ। ਤੁਸੀਂ ਅਕੈਡਮੀ ਚਲਾਉਂਦੇ ਹੋ, ਤੁਸੀਂ ਆਪਣੀ ਅਕੈਡਮੀ ਬਾਰੇ ਦੱਸੋ ਤਾਂ ਕਿ ਹੋਰ ਬੱਚੇ ਵੀ ਤੁਹਾਡੇ ਤੱਕ ਪਹੁੰਚਣ। ਮੈਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਜੋੜ ਕੇ ਦੱਸਾਂਗਾ ਕਿ ਮੇਰੀ ਅਕੈਡਮੀ ਹੋਣ ਦਾ ਵੀ ਇੱਕ ਸਿਲਸਿਲਾ ਹੈ, ਇੱਕ ਦੌਰ ਹੈ ਕਿ ਕਿਸੇ ਚੰਗੇ ਇਨਸਾਨ ਦੀ ਖੋਜ ਨਾ ਕਰੋ। ਮੈਨੂੰ ਇੱਕ ਕੋਟ ਆ, ਬੜਾ ਪਿਆਰਾ ਲੱਗਦਾ ਕਿ ਕਿਸੇ ਚੰਗੇ ਸ਼ਖਸ ਦੀ ਖੋਜ ਨਾ ਕਰੋ, ਆਪ ਚੰਗੇ ਬਣ ਜਾਓ ਕਿ ਕਿਸੇ ਹੋਰ ਦੀ ਖੋਜ ਖਤਮ ਹੋ ਜਾਏ। ਮੈਨੂੰ ਉਸਤਾਦ ਨਹੀਂ ਮਿਲ ਪਾ ਰਹੇ ਸੀ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦਾ ਵਸੀਲਾ ਨਹੀਂ ਸੀ, ਚਾਹੇ ਵਿੱਤੋਂ ਸੀ, ਚਾਹੇ ਮੇਰੇ ਪਹੁੰਚ 'ਚ ਨਹੀਂ ਸੀ ਆ ਰਹੇ। ਪਰ ਜਦੋਂ ਮੈਨੂੰ ਲੱਗਿਆ ਕਿ ਜੇ ਮੈਂ ਹੁਣ ਸਿੱਖ ਕੇ ਗਾਉਣਾ ਸ਼ੁਰੂ ਕੀਤਾ, ਲੋਕਾਂ ਨੂੰ ਪਸੰਦ ਆ ਰਿਹਾ, ਤੇ ਮੈਂ ਉਹ ਜਿਹੜੀਆਂ ਚੀਜ਼ਾਂ ਬੇਸਿਕਸ ਜਿਹੜੇ ਸੀਗੇ ਕਵਰ ਕੀਤੇ, ਕਦੀ ਕਿਤੋਂ ਪੁੱਛ ਲਿਆ, ਕਦੀ ਕਿਤੋਂ ਕੁਛ ਲੈ ਲਿਆ, ਕਿਸੇ ਕੋਲ ਬੈਠੇ ਸੰਗਤ ਕਰ ਕਰਕੇ ਸਿੱਖ ਲਿਆ। ਤਾਂ ਫਿਰ ਹੌਲੀ ਹੌਲੀ ਜਦੋਂ ਮੈਂ ਬੱਚਿਆਂ ਨੂੰ ਜੋ ਮੈਨੂੰ ਆਉਂਦਾ ਸੀ ਉਹ ਸਿਖਾਉਣਾ ਸ਼ੁਰੂ ਕਰ ਦਿੱਤਾ, ਤੇ ਮੈਂ ਉਹ ਬੱਚਿਆਂ ਨੂੰ ਫ੍ਰੀ ਹੀ ਸਿਖਾਉਂਦਾ ਸੀ। ਮੈਂ ਪਹਿਲਾਂ ਪੈਸੇ ਨਹੀਂ ਸੀ ਲੈਂਦਾ। ਫਿਰ ਕਿਉਂਕਿ ਸਮਾਂ ਜ਼ਾਇਆ ਹੁੰਦਾ ਸੀ, ਪਰਿਵਾਰ ਵੀ ਦੇਖਣਾ, ਸਭ ਕੁਝ ਹੈ, ਤੇ ਕਿਉਂਕਿ ਘੋੜਾ ਘਾਸ ਸੇ ਦੋਸਤੀ ਕਰੇਗਾ ਤਾਂ ਖਾਏਗਾ ਕਿਆ, ਉਹ ਗੱਲ ਤਾਂ ਹੋ ਜਾਂਦੀ ਹੈ। ਪਰ ਫਿਰ ਵੀ ਜਿੱਦਾਂ ਮੇਰੇ ਬਾਰੇ ਮੈਨੂੰ ਕਿਸੇ ਨੇ ਇੱਕ ਸਮੇਂ 'ਤੇ ਕਿਹਾ ਸੀਗਾ ਕਿ ਜਿਹੜੇ ਤੁਹਾਨੂੰ ਸਿਖਾਉਣਗੇ ਉਹਨਾਂ ਨੂੰ ਵੀ ਲੋੜ ਆ, ਤੇ ਉਹ ਗੱਲ ਮੈਨੂੰ ਕਲੀਅਰ ਸੀਗੀ ਕਿ ਹਾਂ, ਮੈਂ ਬਿਨਾਂ ਪੈਸੇ ਤੋਂ ਕਿਸੇ ਨੂੰ ਵਿਗਾੜ ਨਹੀਂ ਕਰ ਸਕਦਾ, ਵਿਗਾੜ ਨਹੀਂ ਪਾ ਸਕਦਾ। ਤੇ ਫਿਰ ਮੈਨੂੰ ਹੌਲੀ ਹੌਲੀ ਬੱਚਿਆਂ ਨੇ ਪੇ ਕਰਨਾ ਸ਼ੁਰੂ ਕੀਤਾ ਆਪ। ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਅਮਰ ਮਿਊਜ਼ਿਕ ਅਕੈਡਮੀ ਲੁਧਿਆਣਾ ਜਿਹੜੀ ਹੈ ਉਹ ਠੀਕ ਠਾਕ ਚੱਲਦੀ ਹੈ। ਲੋੜ ਹੈ ਹੋਰ ਸਪੋਰਟ ਦੀ, ਤੁਹਾਡੇ ਸਾਰਿਆਂ ਦੀ, ਤੇ ਜਿਹਦੇ 'ਚ ਮੈਂ ਬੱਚਿਆਂ ਨੂੰ ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ ਸਿਖਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕਿ ਜੋ ਵੱਧ ਤੋਂ ਵੱਧ, ਕਿਉਂਕਿ ਮੈਂ ਚਾਹੁੰਦਾ ਕਿ ਕੋਈ ਡਿਗਰੀ ਨਹੀਂ, ਕੋਈ ਡਿਪਲੋਮਾ ਨਹੀਂ ਕੰਮ ਆਉਂਦਾ ਇਹਦੇ 'ਚ ਤੁਹਾਡਾ ਆਪਣੀ ਪਰਫਾਰਮੈਂਸ ਹੈ ਜਿਹੜੀ, ਕਿਉਂਕਿ ਲੋਕਾਂ ਨੇ ਪਰਫਾਰਮੈਂਸ ਦੇਖਣੀ ਹੈ। ਤੁਸੀਂ ਕਿਸੇ ਵੀ ਸ਼ੋਅ ਦੇ ਵਿੱਚ, ਰਿਐਲਿਟੀ ਸ਼ੋਅ ਦੇ ਵਿੱਚ ਚਲੇ ਜਾਓ, ਤੁਸੀਂ ਕਿੱਥੋਂ ਸਿੱਖਿਓ ਮੈਟਰ ਨਹੀਂ ਕਰਦਾ, ਕੀ ਸਿੱਖਿਓ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਵੀ ਕਿਸ ਤਰ੍ਹਾਂ ਦਾ ਗਾਉਂਦੇ ਹੋ। ਜੇ ਤੁਸੀਂ ਕੋਈ ਸਰਟੀਫਿਕੇਟ ਲੈ ਕੇ ਚਲੇ ਜਾਓ ਕਿ ਹਾਂ ਮੈਂ ਗ੍ਰੈਜੂਏਟ ਹਾਂ ਅਤੇ ਮੈਨੂੰ ਨੌਕਰੀ ਦੇ ਦਿਓ, ਤੇ ਆਫਟਰ ਆਲ ਤੁਹਾਨੂੰ ਕੋਈ ਗੁਣਾ ਘਟਾਓ ਤਕਸੀਮ ਆਉਣੀ ਚਾਹੀਦੀ ਹੈ, ਕੋਈ ਲਿਖਣਾ ਪੜ੍ਹਨਾ ਆਉਂਦਾ ਹੋਣਾ ਚਾਹੀਦਾ, ਕੱਲੀ ਡਿਗਰੀ ਮੈਟਰ ਨਹੀਂ ਕਰਦੀ। ਤੇ ਇਸ ਕਰਕੇ ਤੋਂ ਜਿਹੜਾ ਕਲਾ ਦਾ ਕੰਮ ਹੈ ਉਹਦੇ 'ਚ ਸਿੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਆਪਣੀ ਅਕੈਡਮੀ ਸ਼ੁਰੂ ਕੀਤੀ, ਅਤੇ ਮੈਂ ਬੱਚਿਆਂ ਨੂੰ ਬਹੁਤ ਜਿਹੜੇ ਮੁਫਲਿਸੀ ਦੇ ਵਿੱਚ ਨਿਕਲਦੇ ਨੇ ਬੱਚੇ, ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹਨਾਂ ਤੋਂ ਫੀਸ ਨਾ ਹੀ ਲਵਾਂ। ਤੇ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ? ਮੇਰੀ ਫੈਮਿਲੀ 'ਚ ਇਸ ਵੇਲੇ ਮੇਰੀ ਵੈਸੇ ਤਾਂ 4 ਸਿਸਟਰਸ ਨੇ, ਆਲ ਆਰ ਮੈਰਿਡ, ਅਤੇ ਪਾਪਾ ਨੇ ਹੁਣ ਇਸ ਵੇਲੇ, ਅਤੇ ਵਾਈਫ ਅਤੇ 2 ਬੱਚੇ ਨੇ। ਮਮਾ ਨਹੀਂ ਹੈਗੇ, ਮਮਾ 4 ਸਾਲ ਪਹਿਲਾਂ ਫੌਤ ਹੋ ਗਏ ਨੇ। ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਅੱਗੋਂ ਸਿੰਗਿੰਗ ਸਿਖਾਉਂਦੇ ਹੋ? ਹਾਂਜੀ, ਉਹਨਾਂ ਨੂੰ ਗਾਉਣਾ ਮੈਂ ਸਿਖਾਉਂਦਾ, ਪਰ ਮੈਂ ਉਹਨਾਂ ਨੂੰ ਰਿਦਮ ਦੀ ਜਿਹੜੀ ਤਬਲੇ ਦੀ ਸਿਖਲਾਈ ਲਈ ਮੈਂ ਉਹਨਾਂ ਨੂੰ ਦੂਸਰੇ ਟੀਚਰ ਸਕੂਲ ਭੇਜਦਾ, ਕਿਉਂਕਿ ਦੇਖੋ ਹਰ ਚੀਜ਼ ਜਿਹੜੀ ਆ ਘਰੋਂ ਮਿਲ ਜਾਵੇ ਇਹ ਵੀ ਮੁਨਾਸਿਬ ਨਹੀਂ ਹੈ, ਅਤੇ ਬੱਚੇ ਵੀ ਘਰੋਂ ਸਾਰੀਆਂ ਚੀਜ਼ਾਂ ਸਿੱਖ ਲੈਣ ਇਹ ਵੀ ਨਹੀਂ ਪੋਸੀਬਲ ਨਹੀਂ ਹੁੰਦਾ, ਕਿਉਂਕਿ ਕਹਿੰਦੇ ਘਰ ਦਾ ਜੋਗੀ ਜੋਗੜਾ ਅਤੇ ਬਾਹਰ ਦਾ ਜੋਗੀ ਸਿੱਧ। ਵੈਸੇ ਵੀ ਬੱਚਿਆਂ ਨੂੰ ਮਾਂ ਬਾਪ ਦਾ ਥੋੜ੍ਹਾ ਜਿਹਾ ਝਾਕਾ ਵੀ ਹੁੰਦਾ ਹੈ ਜਾਂ ਡਰ ਵੀ ਹੁੰਦਾ, ਅਤੇ ਉਸਤਾਦ ਉਹਨਾਂ ਨੂੰ ਇੱਕ ਪ੍ਰੋਫੈਸ਼ਨਲੀ, ਓਫੀਸ਼ੀਅਲੀ ਜ਼ਰੂਰੀ ਚਾਹੀਦਾ। ਹੁਣ ਇੰਨੇ ਕੁ ਜੋਗੇ ਤਾਂ ਹੈਗੇ ਆ ਕਿ ਬੱਚਿਆਂ ਨੂੰ ਥੋੜ੍ਹਾ ਕਰਾ ਸਕਦੇ ਹਾਂ ਅਤੇ ਕਰਵਾ ਰਹੇ ਹਾਂ। ਤੇ ਜਦੋਂ ਆਪਾਂ ਸਟਰਗਲ ਪੀਰੀਅਡ ਵਿੱਚ ਹੁੰਦੇ ਆ ਨਾ, ਸਾਡੀ ਲਾਈਫ 'ਚ ਕਈ ਮੂਮੈਂਟਸ ਆਉਂਦੇ ਆ, ਕਈ ਉਤਾਰ ਚੜਾਅ ਆਉਂਦੇ ਆ। ਤੁਹਾਡੀ ਲਾਈਫ ਵਿੱਚ ਕਿਹੜਾ ਉਹੋ ਜਿਹਾ ਮੂਮੈਂਟ ਸੀ ਜਦੋਂ ਤੁਸੀਂ ਇੱਕ ਵਾਰੀ ਟੁੱਟੇ ਹੋ ਲਾਈਫ ਵਿੱਚ? ਮੈਂ ਇੱਕ ਵਾਰੀ ਨਹੀਂ, ਬੜੀ ਵਾਰੀ ਟੁੱਟਿਆ, ਕਿਉਂਕਿ ਦੇਖੋ ਕਈ ਵਾਰੀ ਜਦੋਂ ਤੁਹਾਨੂੰ ਬਾਰ-ਬਾਰ ਰਿਜੈਕਸ਼ਨ ਮਿਲਦੀ ਹੈ, ਰਿਜੈਕਸ਼ਨ ਵੀ ਆਪਣੇ ਆਪ ਦੇ ਵਿੱਚ ਇੱਕ ਮੋਟੀਵੇਸ਼ਨ ਹੁੰਦੀ ਹੈ। ਜੇ ਤੁਸੀਂ ਪਹਿਲਾਂ ਹੀ ਸਿਲੈਕਟ ਹੋ ਗਏ, ਤੁਹਾਨੂੰ ਮਤਲਬ ਇੱਕ ਲਗਾਤਾਰ ਬੰਦਾ ਜਿੱਤਦਾ ਜਾ ਰਿਹਾ। ਸਕੂਲ ਤੋਂ ਪੜ੍ਹਨਾ ਸ਼ੁਰੂ ਕੀਤਾ ਉਹਨੇ, ਉਹ ਜਿੱਤ ਗਿਆ, ਉਹਨੂੰ ਫਸਟ ਪ੍ਰਾਈਜ਼ ਆ ਗਿਆ। ਫਿਰ ਉਹ ਸਕੂਲ ਪਾਸ ਕੀਤਾ, ਉਹਨੇ ਗ੍ਰੈਜੂਏਸ਼ਨ ਕਰ ਲਈ, ਉੱਥੇ ਵੀ ਫਸਟ ਆ ਗਿਆ। ਫਿਰ ਅੱਗੇ ਉਹਨੂੰ ਵਧੀਆ ਨੌਕਰੀ ਵੀ ਮਿਲ ਗਈ, ਉਹਦੀ ਵਧੀਆ ਲਾਈਫ ਵੀ ਸੈੱਟ ਹੋ ਗਈ। ਉਹ ਆਫਟਰ ਆਲ ਲਾਈਫ ਦੇ ਵਿੱਚ ਦੱਸੇਗਾ ਕਿ, ਤੇ ਮੈਨੂੰ ਇੱਕ ਸਮਾਂ ਮੈਂ ਲਿਖ ਰਿਹਾ ਸੀ ਕੁਛ, ਮੈਂ ਜਿੱਤ ਦੇ ਉੱਤੇ ਲਿਖਣਾ ਸੀ, ਪਰ ਮੈਂ ਸਾਰੀ ਦੀ ਸਾਰੀ ਕਹਾਣੀ ਹਾਰ 'ਤੇ ਲਿਖ ਦਿੱਤੀ ਕਿ ਹਾਰਿਆ ਹੋਇਆ ਸ਼ਖਸ ਬਹੁਤ ਜ਼ਿਆਦਾ ਹਾਰਨ ਤੋਂ ਬਾਅਦ ਜਦੋਂ ਕੋਈ ਆਪਣੀ ਗੱਲ ਸੁਣਾਏਗਾ, ਜਦੋਂ ਕਾਮਯਾਬ ਹੋਏਗਾ, ਤਾਂ ਉਹਦੇ ਕੋਲ ਇੱਕ ਕਹਾਣੀ ਹੋਏਗੀ ਦੱਸਣ ਲਈ, ਜਿਹੜੀ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਬਣਦੀ ਹੈ। ਜਿਹੜਾ ਆਲਰੇਡੀ ਜਿੱਤਦਾ ਪਿਆ, ਜਿਹਨੂੰ ਸਾਰਾ ਕੁਝ ਪੱਕਿਆ ਪਕਾਇਆ ਮਿਲਦਾ ਪਿਆ, ਉਹਦੇ ਭਾਗਾਂ ਦਾ ਵੀ ਖਾ ਰਿਹਾ ਕੁਝ। ਮਿਹਨਤ ਕਰਕੇ ਆਉਣਾ ਇੱਕ ਆਪਣੇ ਆਪ ਦੇ ਵਿੱਚ ਜ਼ਰੂਰੀ ਵੀ ਹੈ।
ਮੈਂ ਚਾਹੂੰਗਾ ਕਿ ਮੇਰੇ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਵੇਲੇ ਅਗਰ ਹੌਸਲਾ ਛੱਡ ਜਾਂਦੇ ਨੇ ਤਾਂ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਹੌਸਲਾ ਛੱਡਿਆਂ ਗੱਲ ਬਣਦੀ ਤਾਂ ਨਹੀਂ ਹੈ, ਮੇਰੀ ਵੀ ਨਹੀਂ ਸੀ ਬਣਨੀ ਜੇ ਮੈਂ ਹੌਸਲਾ ਛੱਡ ਜਾਂਦਾ। ਅੱਜ ਮੈਂ ਬੜੇ ਅੱਛੇ ਮੁਕਾਮ ਦੇ ਉੱਤੇ ਕੰਮ ਕਰ ਰਿਹਾ, ਪਰ ਫਿਰ ਵੀ ਮੈਂ ਆਪਣੇ ਦਰਸ਼ਕਾਂ ਤੋਂ ਇਹ ਗੁਜ਼ਾਰਿਸ਼ ਕਰੂੰਗਾ ਕਿ ਉਹਨਾਂ ਦੀ ਸਪੋਰਟ, ਉਹਨਾਂ ਦਾ ਸਾਥ ਹਮੇਸ਼ਾ ਬਣਿਆ ਰਹੇ। ਉਹ ਦੇਖੋ ਗੱਲ ਕੀ ਹੈ ਕਿ ਗਾਉਣ ਵਾਲਿਆਂ ਨੇ ਜਾਣਾ ਕਿੱਥੇ, ਗਾਉਣ ਵਾਲੇ ਨੇ ਨੂੰ ਤੁਹਾਡੀ ਲੋੜ ਹੈ, ਤੇ ਜਦੋਂ ਤੁਸੀਂ ਸੱਦਣਾ ਅਸੀਂ ਹਾਜ਼ਰ ਹੋ ਜਾਣਾ। ਤੇ ਜਿਹੜੇ ਮੁਕਾਮ ਤੇ ਹੈਗੇ ਆ ਮਿਹਨਤ ਦੇ ਸਦਕਾ, ਮਾਂ-ਬਾਪ ਦੇ ਆਸ਼ੀਰਵਾਦ ਦੇ ਸਦਕਾ ਹੀ ਆ। ਤੇ ਤੁਸੀਂ ਡਬਿੰਗਸ ਵੀ ਕਰਦੇ ਹੋ, ਸਾਨੂੰ ਕੋਈ ਡਬਿੰਗ ਸੁਣਾਓ ਆਪਣੀ। ਡਬਿੰਗਸ ਇਸ ਤਰ੍ਹਾਂ ਕਿ ਡਬਿੰਗ ਦੇ ਵਿੱਚ ਇੱਕ ਸਿੰਕਰਨਾਈਜ਼ ਕਰਕੇ ਚੱਲਣਾ ਹੁੰਦਾ, ਮਤਲਬ ਅਸੀਂ ਕੋਈ ਕਾਰਟੂਨ ਚੱਲ ਰਿਹਾ ਤੇ ਕਾਰਟੂਨ ਦੇ ਨਾਲ ਅਗਰ ਅਸੀਂ ਕਰਨਾ ਹੈ, ਜਾਂ ਮਤਲਬ ਉਹਦੇ 'ਚ ਵੱਖ-ਵੱਖ ਕੈਰੈਕਟਰ ਨੇ, ਹੁਣ ਉਹਦੇ 'ਚ ਕੈਰੈਕਟਰਾਂ ਦੇ ਵਿੱਚ ਜ਼ਿਆਦਾਤਰ ਹੁੰਦੇ ਨੇ ਜਾਨਵਰ, ਤੇ ਜਾਨਵਰ ਵੀ ਹੈ, ਉਹਨਾਂ ਨੂੰ ਆਵਾਜ਼ਾਂ ਦਿੱਤੀਆਂ ਹੁੰਦੀਆਂ ਅਲੱਗ-ਅਲੱਗ ਆਰਟਿਸਟਾਂ ਦੀਆਂ। ਤੇ ਯਾ ਬਾਬਾ अब ये कैसे कर लेते हैं बाबा, तो ਤੇ ਜਾਂ ਅਗਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਦੇ 'ਚੋਂ ਅਸੀਂ ਹਿੰਦੀ ਜੇ ਕਰੀਏ ਤਾਂ ਮੈਨੂੰ ਬਹੁਤ ਪਸੰਦ ਨੇ ਨਿਨਾਦ ਕਾਮਤ, ਉਹਨਾਂ ਦਾ ਮਾਰਵਲਸ ਸਟੂਡੀਓਜ਼ ਦੀ ਫਿਲਮ ਹੈ, ਐਵੈਂਜਰਸ ਦੀ ਇੱਕ ਸੀਰੀਜ਼ ਆਈ ਹੈ ਨਾ, ਐਵੈਂਜਰਸ ਦਾ ਐਂਡ ਗੇਮ ਦੇ ਵਿੱਚ ਇੱਕ ਬਹੁਤ ਵੱਡਾ ਵਿਲਨ ਦਿਖਾਇਆ ਗਿਆ ਥੈਨੋਸ, ਤੇ ਉਹਦੇ ਲਈ ਉਹਨਾਂ ਨੇ ਡਬਿੰਗ ਕੀਤੀ ਹੈ ਤੇ ਮੈਨੂੰ ਬਹੁਤ ਪਸੰਦ ਨੇ। ਤੇ ਉਹਨਾਂ ਦਾ ਐਕਚੁਅਲ ਦੇ ਵਿੱਚ ਬੇਸ ਪਸੰਦ ਹੈ, ਕਿਉਂਕਿ ਮੈਂ ਖੁਦ ਬੇਬੀ ਕੋ ਬੇਸ ਪਸੰਦ ਹੈ ਐਕਚੁਅਲ ਦੇ ਵਿੱਚ, ਤੇ ਉਹ ਬੇਸ ਵੌਇਸ ਜਿਹੜੀ ਆ ਉਹ ਸਭ ਨੂੰ ਪਸੰਦ ਆਉਂਦੀ ਹੈ, ਤੇ ਮੇਰਾ ਆਪਣਾ ਫੋਟੋ ਵੀ ਉਹਦੇ 'ਚ ਹੀ ਹੈ। जल्द ही मैं तुम्हें एहसास दिलाऊंगा कि मौत क्या होती है, डर क्या होता है। ब्रह्मांड पे कब्जा करने में भी उतना मज़ा नहीं जितना यहाँ तबाही मचाने में है। लगता ही नहीं कि बुरा है ना, 1 मिनट च करैक्टर चेंज हो जाता है। फिर मतलब मिमिक या डबिंग दे विच मेरा नाम शिजुका है और नोबिता मेरा दोस्त है, हम लोग जब भी खेलते हैं वो मुझे चॉकलेट देता है, मैं तुम्हारे साथ नहीं खेल सकता। अरे तुम्हें उसके साथ खेलना चाहिए था, तुम्हें अपने पापा की बात सुननी चाहिए, तुम एक अच्छी लड़की नहीं हो, जाओ उसके साथ खेलो, ये वो तुम्हारा भाई है। तो लाइक दैट्स एक क्वेश्चन। ਤੇ ਤੁਸੀਂ ਕੈਂਕਰ ਵੀ ਹੋ, ਨਿਊਜ਼ ਰੀਡਰ ਵੀ ਹੋ, ਰੇਡੀਓ ਤੇ ਵੀ ਕਰਦੇ ਹੋ, ਤੇ ਜਦੋਂ ਰੇਡੀਓ ਤੇ ਪੜ੍ਹਦੇ ਹੋ ਉਹਦਾ ਵੀ ਕਰੈਕਟਰ ਚੇਂਜ ਹੁੰਦਾ ਹੈ ਕਿ ਆਪਣਾ ਇੱਕ ਹੁੰਦਾ? ਇੱਕ ਕਰੈਕਟਰ ਆ। ਪਹਿਲਾਂ ਮੈਂ ਸੁਣਦਾ ਰਿਹਾ ਮੁੰਬਈ, ਦਿੱਲੀ ਰੇਡੀਓ। ਆਕਾਸ਼ਵਾਣੀ ਇੱਕ ਆਪਣਾ ਇੱਕ ਟੈਕਸਚਰ ਰੱਖਦਾ ਹੈ ਨਾ, ਤੇ ਮੈਂ ਆਲ ਇੰਡੀਆ ਰੇਡੀਓ ਵਿਵਿਧ ਭਾਰਤੀ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਮੈਂ ਪੰਜਾਬੀ ਗੁਰਮੁਖੀ ਦਾ ਪੁੱਤ ਹਾਂ। ਜਿੱਦਾਂ ਸਤਿੰਦਰ ਭਾਜੀ ਕਹਿੰਦੇ ਮੈਂ ਗੁਰਮੁਖੀ ਦਾ ਬੇਟਾ, ਤੇ ਮੈਨੂੰ ਬੜਾ ਚੰਗਾ ਲੱਗਿਆ। ਮੈਨੂੰ ਫੀਲ ਹੋਇਆ ਸੀ ਵੀ ਹਾਂ ਮੇਰਾ ਗਾਣਾ ਆਇਆ ਹੁੰਦਾ ਤੇ ਸ਼ਾਇਦ ਮੈਂ ਇਹ ਗਾਣਾ ਮੈਂ ਕਰਦਾ, ਪਰ ਹਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਵੀ ਗੁਰਮੁਖੀ ਦਾ ਬੇਟਾ ਵਾਂ, ਕਿਉਂਕਿ ਗੁਰਮੁਖੀ ਦੇ ਸਿਰ ਦੇ ਉੱਤੇ ਅੱਜ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਆਲ ਇੰਡੀਆ ਰੇਡੀਓ ਟੌਪ ਕੀਤਾ 2017 ਦੇ ਵਿੱਚ ਲੁਧਿਆਣਾ ਐਗਜ਼ਾਮਸ ਦੇ ਵਿੱਚ। ਤੇ ਟੌਪ ਹੋਣਾ ਵੀ ਆਪਣੇ ਆਪ ਦੇ ਵਿੱਚ ਮੈਨੂੰ ਵੀ ਨਹੀਂ ਸੀ ਇਸ ਗੱਲ ਦਾ ਇਲਮ ਕਿ ਇਹਦੇ 'ਚ ਟੌਪਰ ਹੋਣਾ। ਮੇਰੇ ਲਈ ਤਾਂ ਸਿਰਫ ਪਾਸ ਹੋਣ ਤੱਕ ਮਕਸਦ ਸੀਗਾ ਕਿ ਮੈਂ ਆਪਣੀ ਆਵਾਜ਼ ਦਾ ਹੁਨਰ ਅੱਗੇ ਲੈ ਕੇ ਜਾ ਸਕਾਂ। ਪਰ ਜਦੋਂ ਅਨਾਊਂਸਮੈਂਟ ਹੋਈ ਸਾਡੀ ਆਫੀਸ਼ੀਅਲ ਇੱਕ ਮੀਟਿੰਗ ਦੇ ਵਿੱਚ ਦੱਸਿਆ ਗਿਆ ਤਾਂ ਮੈਨੂੰ ਪਹਿਲਾਂ ਤਾਂ ਯਕੀਨ ਨਾ ਹੋਇਆ। ਫਿਰ ਉਸ ਤੋਂ ਬਾਅਦ ਦੂਰਦਰਸ਼ਨ ਦਾ ਸਬੱਬ ਬਣਿਆ ਤਾਂ ਉੱਥੇ ਜਦੋਂ ਵੈਕੈਂਸੀਜ਼ ਖੁੱਲ੍ਹੀਆਂ ਤੇ ਉੱਥੇ ਇੰਟਰਵਿਊ ਔਰ ਟੈਸਟ ਦਿੱਤਾ ਤਾਂ ਉੱਥੇ ਵੀ ਮੈਰਿਟ ਦੇ ਵਿੱਚ ਨਾਮ ਆਇਆ, ਉਹ ਵੀ ਸਿਰਫ ਪੰਜਾਬੀ ਮਾਂ ਬੋਲੀ ਕਰਕੇ। ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਸਾਡੇ ਨਾਲ ਨੇ, ਕੰਪੀਟ ਕੀਤਾ ਉਹਨਾਂ ਨੇ ਵੀ। ਤੇ ਪਰ ਜਿਹੜਾ ਜੋ ਪਿਆਰ ਆਪਣੇ ਪੰਜਾਬੀ ਅਦਾਰਿਆਂ ਦੇ ਵਿੱਚ ਸਾਨੂੰ, ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਮਾਂ ਬੋਲੀ ਕਰਕੇ ਮਿਲਦਾ ਨਾ, ਉਹ ਹੋਰ ਕਿਤੇ ਨਹੀਂ ਮਿਲਦਾ। ਤੇ ਬਤੌਰ ਰੇਡੀਓ ਅਨਾਊਂਸਰ ਸਾਡੀ ਆਕਾਸ਼ਵਾਣੀ ਲੁਧਿਆਣਾ ਦੀ ਅਸੀਂ ਅਨਾਊਂਸਮੈਂਟ ਮੈਂ ਤੁਹਾਨੂੰ ਦੱਸ ਦੇਣਾ ਅਸੀਂ ਕਿੱਦਾਂ ਕਰਦੇ ਹਾਂ। ਇਹ ਆਕਾਸ਼ਵਾਣੀ ਹੈ, ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ, ਦੇਸ਼ ਦਾ ਨੰਬਰ 1 ਮਨੋਰੰਜਨ ਚੈਨਲ, ਫ੍ਰੀਕੁਐਂਸੀ 100.1 ਮੈਗਾਹਰਟਜ਼ ਤੇ। ਸ਼ਾਮ ਦੇ 5 ਵੱਜ ਚੁੱਕੇ ਨੇ। ਇਹ ਵੇਲਾ ਹੈ ਸ਼ਾਮ ਦੀ ਪੰਜਾਬੀ ਪ੍ਰਸਾਰਣ ਸਭਾ ਦਾ, ਜਿਸ ਨੂੰ ਲੈ ਕੇ ਮੈਂ ਅਮਰਜੀਤ ਸਿੰਘ ਸੂਰੀ ਮੁਖਾਤਿਬ ਹਾਂ। ਤੇ ਜੇਕਰ ਦੂਰਦਰਸ਼ਨ ਦੇ ਉੱਤੇ ਨਿਊਜ਼ ਰੀਡਿੰਗ ਦੀ ਗੱਲ ਕਰੀਏ ਤਾਂ ਅਸੀਂ ਸ਼ੁਰੂਆਤ ਕਰਦੇ। ਮੈਨੂੰ ਬਹੁਤ ਸਾਰੇ ਦੋਸਤ ਜਦੋਂ ਮੇਰੇ ਨਾਲ ਮਿਲੇ ਤੇ ਹਾਸੇ ਮਾਹੌਲ ਦੇ ਵਿੱਚ ਉਹ ਵਾਰ-ਵਾਰ ਮੈਨੂੰ ਪੁੱਛਦੇ ਸੀ, ਉਹ ਤੂੰ ਕਹਿਣਾ ਹੁਣ ਖਬਰਾਂ ਵਿਸਥਾਰਨਾ। ਤੇ ਲਿਟਰਲੀ ਮੈਨੂੰ ਬੜਾ ਅੱਛਾ ਲੱਗਿਆ ਦੋਸਤਾਂ ਦਾ ਜਿਹੜਾ ਪਿਆਰ ਸੀ। ਕਿ ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ ਤੇ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰਨਾ। ਇਹ ਚੀਜ਼ ਹੈ, ਪੰਜਾਬ ਦੇ ਲੋਕ ਪਿਆਰ ਤਾਂ ਕਰਦੇ ਨੇ ਜੀ। ਅੱਜ ਵੀ ਪਿੰਡਾਂ ਥਾਵਾਂ ਦੇ ਉੱਤੇ ਡੀਡੀ ਪੰਜਾਬੀ ਦੇਖਿਆ ਜਾਂਦਾ ਤੇ ਸ਼ਾਇਦ ਸ਼ਹਿਰਾਂ 'ਚ ਘੱਟ ਦੇਖਿਆ ਜਾਂਦਾ, ਪਰ ਫਿਰ ਵੀ ਇਸ ਪਲੇਟਫਾਰਮ ਤੱਕ ਪਹੁੰਚਣਾ ਵੀ ਮੇਰੇ ਲਈ ਬੜੀ ਖੁਸ਼ੀ ਸੀ। ਪਰ ਇਹਦੇ ਪਿੱਛੇ ਵੀ ਇੱਕ ਦੁਖਾਂਤ ਹੈ, ਕਦੇ ਸਮਾਂ ਲੱਗੇ ਦੱਸ ਦਿਆਂਗੇ। ਤੇ ਬਚਪਨ ਤੋਂ ਕੀ ਸ਼ੌਂਕ ਸੀ? ਇੱਕ ਮੋਟਿਵ ਹੁੰਦਾ ਲਾਈਫ ਵਿੱਚ ਕਿ ਆਪਾਂ ਵੱਡੇ ਹੋ ਕੇ ਬਣਨਾ ਹੈ, ਉਹ ਤੁਹਾਡਾ ਕੀ ਸ਼ੌਂਕ ਸੀ ਬਚਪਨ? ਪਲੇਬੈਕ ਸਿੰਗਰ।
ਤੇ ਹੁਣ ਉਹ ਚੱਲ ਰਿਹਾ ਸਟਰਗਲ ਉਹਦੇ ਹਾਂ ਲਈ? ਸਟਰਗਲ ਚੱਲ ਰਿਹਾ ਹੈ। ਲੋੜ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸਿਰਫ ਸਰੋਤੇ ਦਰਸ਼ਕ ਜਿਹੜੇ ਨੇ ਉਹ ਉਹਨਾਂ ਦੀ ਕਸੌਟੀ ਤੇ ਖਰੇ ਉਤਰ ਜਾਈਏ ਤੇ ਫਿਰ ਉਹਨਾਂ ਵੱਲੋਂ ਜਿਵੇਂ ਹੁਕਮ ਹੋਊਗਾ ਉਵੇਂ ਹੀ ਅਸੀਂ ਚੱਲਾਂਗੇ, ਕਿਉਂਕਿ ਗੁਰਬਾਣੀ ਨੇ ਲਿਖਿਆ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ। ਗੁਰੂ ਸਾਹਿਬ ਦਾ ਹੁਕਮ ਹੋਊਗਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੇਲਗੂ ਤਾਮਿਲ ਗਾਣਾ ਕਿਉਂ ਸ਼ੁਰੂ ਕੀਤਾ, ਕਿਉਂਕਿ ਮੈਨੂੰ ਇੰਜ ਲੱਗਦਾ ਸੀ ਕਿ ਅਸੀਂ ਪੰਜਾਬੀ ਗਾ ਰਹੇ ਹਾਂ, ਪੰਜਾਬੀ ਕੋਸ਼ਿਸ਼ ਕਰਕੇ ਅਸੀਂ ਹਿੰਦੀ ਗਾ ਲੈਂਦੇ, ਕੋਸ਼ਿਸ਼ ਕਰਕੇ ਅਗਰ ਹਿੰਦੀ ਗਾ ਲੈਂਦੇ ਅਸੀਂ ਤਾਂ ਤਮਿਲ ਤੇਲਗੂ, ਕਿਉਂਕਿ ਦੇਖੋ ਅੱਜ ਇਸ ਟਾਈਮ ਟਾਲੀਵੁੱਡ ਇੰਡਸਟਰੀ ਹੈ ਜਿਹੜੀ ਉਹ ਆਪਣੇ ਸਿਖਰਾਂ ਦੇ ਉੱਤੇ ਹੈ, ਬਾਲੀਵੁੱਡ ਦੇ ਨਾਲ ਕੰਪੀਟ ਕਰ ਰਹੀ ਹੈ, ਬੜੇ ਅੱਛੇ ਪੱਧਰ ਦੀਆਂ ਫਿਲਮਾਂ ਦੇ ਰਹੀ ਹੈ। ਤੇ ਜੇਕਰ ਉਹਨਾਂ ਦੇ ਵਿੱਚ ਸਾਡੇ ਵਰਗੇ ਪੰਜਾਬੀਆਂ ਦੀ ਸ਼ਮੂਲੀਅਤ ਹੋਏਗੀ ਤਾਂ ਸਾਡੇ ਪੰਜਾਬੀਆਂ ਨੂੰ ਵੀ ਉਹਦੇ ਤੇ ਮਾਣ ਹੋਏਗਾ। ਤੇ ਮੈਨੂੰ ਲੱਗਦਾ ਹੈ ਕਿ ਬੀੜਾ ਮੈਂ ਆਪਣੇ ਸਿਰ ਚੁੱਕ ਲਿਆ ਵਾ। ਦੇਖੋ ਹੁਣ ਕਿੰਨਾ ਕੁ ਮੈਨੂੰ ਹੌਸਲਾ ਦਿੰਦੇ ਨੇ ਸਾਡੇ ਸਰੋਤੇ ਦਰਸ਼ਕ। ਤੇ ਮੈਂ ਤਮਿਲ ਦੇ ਵਿੱਚ ਔਰ ਤੇਲਗੂ ਦੋਨਾਂ ਦੇ ਭਾਸ਼ਾਵਾਂ 'ਚ ਗਾਉਣ ਦੀ ਕੋਸ਼ਿਸ਼ ਕਰਦਾ ਹਾਂ। ਤੇ ਬਸ ਇਹ ਤੁਹਾਡਾ ਪਿਆਰ ਚਾਹੀਦਾ ਉਹਦੇ ਲਈ। ਤਮਿਲ ਦੇ ਵਿੱਚ ਸਾਨੂੰ ਕੋਈ ਗੀਤ ਸੁਣਾਓ ਜ਼ਰੂਰ। ਪਹਿਲਾਂ ਮੈਂ ਤੁਹਾਨੂੰ ਤਮਿਲ 'ਚ ਸੁਣਾ ਦਿੰਦਾ, ਫਿਰ ਮੈਂ ਤੇਲਗੂ 'ਚ ਅਲੱਗ ਤੋਂ ਸੁਣਾਵਾਂਗਾ। ਇਹ ਦੋਨਾਂ ਦਾ ਡਿਫਰੈਂਸ਼ੀਏਟ ਕਰਨਾ ਹਰ ਇੱਕ ਆਮ ਬੰਦੇ ਲਈ ਵੈਸੇ ਸੌਖਾ ਨਹੀਂ ਹੈ, ਕਿਉਂਕਿ ਲਫ਼ਜ਼ ਸਮਝ ਨਹੀਂ ਆਉਣਗੇ, ਸੁਰਾਂ ਦੇ ਪਿਆਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਬਾਹੂਬਲੀ 2 ਦਾ ਕਨਕਲੂਜਨ ਫਿਲਮ ਆਈ ਸੀ, ਬੜੀ ਅੱਛੀ ਹਾਈਪ 'ਤੇ ਗਈ ਸੀ ਫਿਲਮ, ਕਾਫੀ ਸਮਾਂ ਚੱਲਦੀ ਰਹੀ ਔਰ ਬੜਾ ਅੱਛਾ ਕਲੈਕਸ਼ਨ ਰਿਹਾ ਉਹਦਾ। ਉਸ ਫਿਲਮ ਦੇ ਵਿੱਚ ਇੱਕ ਜਿਹੜਾ ਗੀਤ ਹੈ ਉਹ ਦਲੇਰ ਮਹਿੰਦੀ ਸਾਹਿਬ ਹੋਰਾਂ ਨੇ ਉਹਦੇ 'ਚ ਗਾਇਆ। ਉਹਨਾਂ ਨੇ ਉਹਦਾ ਹਿੰਦੀ ਔਰ ਤੇਲਗੂ ਤਮਿਲ ਵਰਜਨ ਦੋਨੋਂ ਗਾਏ ਨੇ। ਮੈਂ ਤਮਿਲ ਵਰਜਨ ਤੋਂ ਸ਼ੁਰੂ ਕਰ ਦਿੰਦਾ ਕਿ भली 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 राह भली साहोरे बाहुबली जे हारतनी के पटली पटली गगनाले नी जह कोटाली गगनाले छत्र पटाली है सा रुद्र सा है सलभद्र समुद्र सा ए जननी दीक्षा अचलम ए कोडुके कवचम इप्पुड़ा अम्मकी अम्मावे नंदुका पुलकरिंचिंदिगा ईक्षणम अंत महाबलुडैना अम्मा वोडी पशुआडे शिवुडैना भवुडैना अम्मा को साडिका गंकाड़े है सा रुद्र सा है सलभद्र समुद्र सा। इट्स अ तमिल सॉन्ग। ਤੇ ਤੇਲਗੂ ਦੇ ਵਿੱਚ ਰੀਸੈਂਟ ਅਸੀਂ, ਕਿਉਂਕਿ ਦੇਖੋ ਜਿੱਦਾਂ ਲੇਟੈਸਟ ਗਾਣੇ ਅਪਡੇਟ ਹੁੰਦੇ ਨੇ ਉੱਦਾਂ ਗਾਉਣੇ ਪੈਂਦੇ ਨੇ। ਹੁਣ ਲੋਕਾਂ ਨੂੰ ਪਤਾ ਹੈ ਪੁਸ਼ਪਾ ਮੂਵੀ ਦਾ कि फायर फ्लावर नहीं समझने का ना साला झुकेगा नहीं, तो ਉਹਦੇ 'ਚ ਇੱਕ ਉਹਨਾਂ ਦਾ ਗੀਤ ਹੈ ਸਿਰਵੱਲੀ। ਤੇ ਇੰਡੀਅਨ ਵਰਜ਼ਨ ਬਾ ਕਮਾਲ ਹੈ। ਤੇ ਮੈਂ ਤਮਿਲ ਵਰਜ਼ਨ ਸਿਡ ਰਾਮ ਦੀ ਆਵਾਜ਼ 'ਚ ਸੁਣਿਆ ਤੇ ਮੈਨੂੰ ਬੜਾ ਪਿਆਰਾ ਲੱਗਾ। ਤੇ ਮੈਂ ਉਹਨੂੰ ਸੁਣਦੇ ਮੈਂ ਸੈਂਕੜੇ ਵਾਰ ਮੈਨੂੰ ਸੁਣਨਾ ਪੈਂਦਾ ਗਾਣਾ, ਕਿਉਂਕਿ ਓਬਵੀਅਸਲੀ ਆਪਣੀ ਪੰਜਾਬ ਦੀ ਲੈਂਗੁਏਜ ਨਹੀਂ ਹੈ। ਸੈਂਕੜੇ ਵਾਰ ਸੁਣਨ ਤੋਂ ਬਾਅਦ ਉਹਨੂੰ ਸਮਝ ਕੇ ਫਿਰ ਉਹਦੇ ਭਾਵ ਤੱਕ ਜਾ ਕੇ ਉਹ ਕੀ ਕਹਿੰਦਾ ਉਹਨੂੰ ਟਰਾਂਸਲੇਟ ਵੀ ਕਰਨਾ ਪੈਂਦਾ, ਕਈ ਵਾਰੀ ਲਿਖਣਾ ਮਟਾਉਣਾ ਵੀ ਪੈਂਦਾ। ਉਹ ਕਹਿੰਦੇ ఈయన చూస్తూ ఉంటే కన్నులు రెండే తెప్పేస్తావే, ఈయన చుప్పుల పైన రిప్పలు వేసి కప్పేస్తావే, కనిపించని దేవుణ్ణి కన్నార్పక చూస్తావే, కన్నుల ఎదుటే నేనుంటే కాదనటున్నావే, చూపే బంగారమాయనే శ్రీవల్లి మాటే మాణిక్యమాయరే, చూపే బంగారమాయనే శ్రీవల్లి నవ్వే ਨਵਰਤਮਾయਰੇ। ਜਦੋਂ ਆਪਾਂ ਪੰਜਾਬੀ Song ਗਾਉਂਦੇ ਆ ਨਾ ਉਹ ਤਾਂ ਆਪਾਂ ਬੜੀ ਛੇਤੀ ਕੈਚ ਕਰ ਲੈਂਦੇ ਆ। ਤੁਸੀਂ ਤਾਮਿਲ ਵੀ ਗਾਉਂਦੇ ਹੋ, ਤੇਲਗੂ ਵੀ ਗਾਉਂਦੇ ਹੋ, ਔਖਾ ਨਹੀਂ ਲੱਗਿਆ ਕਦੀ? ਨਹੀਂ ਔਖਾ, ਹਰ ਇੱਕ ਚੀਜ਼ ਔਖੀ ਹੁੰਦੀ ਹੈ ਪਹਿਲਾਂ, ਪਰ ਫਿਰ ਵੀ ਉਹਦੇ ਤੇ ਤੁਹਾਡੀ ਮਿਹਨਤ ਹੈ ਵੀ ਉਹ ਤੁਸੀਂ ਕਿੰਨੀ ਕਰਦੇ ਹੋ, ਉਸ ਤੋਂ ਬਾਅਦ ਜਾ ਕੇ ਉਹ ਸਫਲ ਹੁੰਦੀ ਹੈ ਨਹੀਂ ਹੁੰਦੀ ਹੈ, ਉਹ ਉਹਦੇ ਤੇ ਡਿਪੈਂਡ ਕਰਦਾ। ਪੰਜਾਬੀ ਗਾਣੇ ਆਪਣਾ ਅਲੱਗ ਜ਼ੋਨਰ ਹੈ, ਪੰਜਾਬ ਦਾ ਆਪਣਾ ਹੈ ਨਾ ਟੇਸਟ ਹੈ, ਹਿੰਦੀ ਬਾਲੀਵੁੱਡ ਇੰਡਸਟਰੀ ਦਾ ਆਪਣਾ ਹੈ, ਸਾਰੇ ਗਾਣਿਆਂ ਦੀ ਇੱਕ ਆਪਣੀ ਥਾਂ ਹੈ ਤੇ ਕੋਸ਼ਿਸ਼ ਕਰਦੇ ਰਹਿਣ ਤੋਂ ਬਾਅਦ ਹੀ ਇਹ ਚੀਜ਼ਾਂ ਅਚੀਵ ਹੁੰਦੀਆਂ ਨੇ। ਤੇ ਤੁਸੀਂ ਇੰਡਸਟਰੀ ਵਿੱਚ ਕਿਹਨੂੰ ਆਪਣਾ ਉਸਤਾਦ ਮੰਨਦੇ ਹੋ ਕਿ ਉਹਨੂੰ ਦੇਖ ਕੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਲਾਈਫ ਵਿੱਚ ਕਿ ਮੈਂ ਵੀ ਉਹਦੇ ਵਾਂਗ ਬਣਨਾ? ਇੰਡਸਟਰੀ ਕਿਹੜੀ? ਪੰਜਾਬੀ ਇੰਡਸਟਰੀ ਸਾਰੇ ਆਪੋ ਆਪਣੀ ਥਾਂ ਤੇ ਨੇ। ਮੇਰੇ ਉਸਤਾਦ ਗੁਰਪ੍ਰੀਤ ਘੁੱਗੀ ਭਾਜੀ,
ਉਸਤਾਦ ਬਹੁਤ ਸਾਰੇ ਲੋਕ ਇਸ ਭਰਮ 'ਚ ਨਾ ਰਹਿਣ ਕਿ ਮੈਂ ਉਹਨਾਂ ਦੇ ਕੋਲ ਬਹਿ ਕੇ ਸਿੱਖਿਆ, ਇੱਦਾਂ ਦਾ ਕੁਛ ਨਹੀਂ ਹੈ। ਮੈਂ ਉਹਨਾਂ ਦਾ ਇਕਲਵਯ ਹਾਂ। ਇਕਲਵਯ ਦੀ ਕਹਾਣੀ ਸਭ ਨੇ ਸੁਣੀ ਹੋਏਗੀ ਕਿ ਉਹਨਾਂ ਨੇ ਆਪਣੇ ਦਰੋਣਾਚਾਰਿਆ ਨੂੰ ਗੁਰੂ ਮੰਨ ਕੇ ਉਹਦੀ ਮੂਰਤੀ ਦੀ ਪੂਜਾ ਕਰਕੇ ਉਹਨਾਂ ਤੋਂ ਸਾਰੀ ਜਿਹੜੀ ਸੀ ਉਹ ਸਿੱਖਿਆ ਲਈ। ਅਤੇ ਮੈਂ ਗੁਰਪ੍ਰੀਤ ਘੁੱਗੀ ਭਾਜੀ ਹੁਣਾਂ ਤੋਂ ਹੀ ਸਿੱਖ ਕੇ, ਮਤਲਬ ਸੁਣ ਕੇ ਦੇਖ ਕੇ ਸਿੱਖਿਆ। ਅਤੇ ਉਹਨਾਂ ਨੇ ਹੱਸਣਾ ਵੀ ਸਿਖਾ ਦਿੱਤਾ, ਸਟੇਜਾਂ 'ਤੇ ਖੜ੍ਹਨਾ ਵੀ ਸਿਖਾ ਦਿੱਤਾ। ਪਿਛਲੇ 18 ਸਾਲ ਤੋਂ ਮੈਂ ਸਟੇਜਾਂ 'ਤੇ ਖੜ੍ਹਾਂ ਉਹਨਾਂ ਦੀ ਬਦੌਲਤ, ਕਿਉਂਕਿ ਉਹਨਾਂ ਦਾ ਆਸ਼ੀਰਵਾਦ ਲਿਆ, ਆਪਣੇ ਮਨ 'ਚ ਉਹਨਾਂ ਨੂੰ ਆਪਣਾ ਗੁਰੂ ਧਾਰ ਲਿਆ। ਅਤੇ 17 ਸਾਲ ਬਾਅਦ ਮੈਂ ਉਹਨਾਂ ਨੂੰ ਮਿਲਿਆ ਵੀ ਸੀਗਾ ਜਾ ਕੇ ਇੱਕ ਵਾਰੀ, ਅਤੇ ਉਹਨਾਂ ਨੂੰ ਦੱਸਿਆ। ਫਿਰ ਉਹ ਹੈਰਾਨ ਹੋਏ ਕਿ ਅੱਛਾ ਤੁਸੀਂ ਇੰਨਾ ਪਿਆਰ ਕਰਦੇ ਹੋ। ਅਤੇ ਓਬਵੀਅਸਲੀ ਉਹਨਾਂ ਨੂੰ ਪਿਆਰ ਕਰਦੇ ਆ, ਉਹ ਸਾਡੇ ਆਈਡਲ ਨੇ ਸਟੇਜ ਐਂਕਰਿੰਗ ਦੇ ਤੌਰ 'ਤੇ। ਅਤੇ ਜੇ ਗਾਇਕੀ ਦੀ ਗੱਲ ਕਰਾਂ ਤਾਂ ਰਫੀ ਸਾਹਿਬ ਮੇਰੇ ਪਹਿਲੇ ਗੁਰੂ ਨੇ, ਅਤੇ ਸੋਨੂ ਨਿਗਮ ਮੇਰੇ ਫੇਵਰੇਟ ਰਹੇ ਨੇ ਹਮੇਸ਼ਾ, ਫੋਰ ਐਵਰ ਟਾਈਮ ਫੇਵਰੇਟ ਨੇ। ਅਤੇ ਮੈਂ ਉਹਨਾਂ ਦਾ ਇੱਕ ਗੀਤ ਜ਼ਰੂਰ ਗਾਣਾ ਚਾਹੂੰਗਾ, ਦੋ ਲਾਈਨਾਂ ਸੁਣਾ ਦਾਂ, ਮੈਨੂੰ ਪਤਾ ਸਮਾਂ ਸਾਰਿਆਂ ਕੋਲ ਉਨਾ ਕੀ ਹੁੰਦਾ। अभी मुझ में कहीं बाकी थोड़ी सी है जिंदगी, जगी धड़कन नहीं, जाना जिंदा हूँ मैं तो अभी, कुछ ऐसी लगन इस लम्हे में है, ये लम्हा कहाँ था मेरा, अब है सामने, इसे छू लूँ ज़रा, मर जाऊँ या जी लूँ ज़रा, खुशियाँ चूम लूँ या रो लूँ ज़रा, मर जाऊँ या जी लूँ ज़रा। ਬਹੁਤ ਸੋਹਣੀ ਆਵਾਜ਼ ਹੈ, ਬਹੁਤ ਸੋਹਣਾ ਗਾਉਂਦੇ ਹੋ। ਅਤੇ ਤੁਸੀਂ ਸਰਦਾਰ ਊਧਮ ਸਿੰਘ ਵਿੱਚ ਵੀ ਕੰਮ ਕੀਤਾ ਹੈ, ਐਸਪੀ ਪਟਿਆਲਾ ਦਾ ਰੋਲ ਨਿਭਾਇਆ। ਜੀ। ਤੁਹਾਡੇ ਤੱਕ ਕਿਵੇਂ ਪਹੁੰਚੀ ਉਹ ਮੂਵੀ? ਮੇਰੇ ਤੱਕ ਨਹੀਂ ਪਹੁੰਚੀ, ਮੈਂ ਪਹੁੰਚ ਗਿਆ ਮੂਵੀ ਤੱਕ। ਐਕਚੁਅਲ ਦੇ ਵਿੱਚ ਬੜਾ ਇਹ ਯੂਨੀਕ ਕੰਸੈਪਟ ਰਿਹਾ ਕਿ ਗੁਰਿੰਦਰ ਮਕਨਾ ਜੀ ਕਾਸਟਿੰਗ ਕੋਆਰਡੀਨੇਟ ਕਰ ਰਹੇ ਸੀਗੇ ਅੰਮ੍ਰਿਤਸਰ ਤੋਂ, ਅਤੇ ਆਈ ਗੋਟ ਅ ਮੈਸੇਜ ਕਿ ਹਾਂ ਮੈਂ ਲਿੰਕ 'ਚ ਸੀਗਾ, ਕਿਉਂਕਿ ਜ਼ੀ ਪੰਜਾਬੀ ਦੇ ਲਈ ਆਲਰੇਡੀ ਇੱਕ ਸ਼ੋਅ ਦੇ ਵਿੱਚ ਛੋਟਾ ਜਿਹਾ ਕਿਰਦਾਰ ਕਰ ਚੁੱਕਾ ਸੀ। ਅਤੇ ਆਈ ਵਾਜ਼ ਲੁਕਿੰਗ ਫਾਰਵਰਡ ਕਿ ਮੈਨੂੰ ਹੋਰ ਮੈਂ ਐਕਟ ਕਰਨਾ ਚਾਹੁੰਦਾ ਸੀ, ਕਿ ਗਾ ਰਹੇ ਹਾਂ, ਵੋਇਸ ਐਕਟਿੰਗ ਕਰਦੇ ਹਾਂ ਅਤੇ ਸਕਰੀਨ 'ਤੇ ਆਉਣਾ, ਕਿਉਂਕਿ ਬੱਚਿਆਂ ਨੂੰ ਤਾਂ ਕੰਮ ਕਰਾਉਂਦੇ ਸਿਖਾਉਂਦੇ ਹਾਂ, ਅਤੇ ਉਹਦੇ 'ਚ ਬੱਚਿਆਂ ਨੂੰ ਛੋਟੇ ਪਲੇ ਵੀ ਕਰਾਉਣੇ ਪੈਂਦੇ ਨੇ। ਅਤੇ ਬਤੌਰ ਐਕਟਰ ਵੀ ਦੇਖੋ, ਆਰਟਿਸਟ ਹਰ ਤਰ੍ਹਾਂ ਨਾਲ ਸੇਵਾ ਕਰਨੀ ਚਾਹੁੰਦਾ ਕਿ ਉਹ ਚਾਹੇ ਉਹ ਗਾਣਾ ਹੋਵੇ, ਚਾਹੇ ਉਹ ਬੋਲਣਾ ਹੋਵੇ, ਚਾਹੇ ਉਹ ਨੱਚਣਾ ਹੋਵੇ, ਚਾਹੇ, ਕਿਉਂਕਿ ਮੈਂ ਖੁਦ ਭੰਗੜਾ ਪਰਫਾਰਮਰ ਰਿਹਾ ਵਾਂ, ਮੈਂ ਭੰਗੜਾ ਬਹੁਤ ਚਿਰ ਕੀਤਾ। ਅਤੇ ਐਕਟਿੰਗ ਦੇ ਖੇਤਰ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਚੇਟਕ ਸੀ, ਕਿਉਂਕਿ ਗੁਰਪ੍ਰੀਤ ਘੁੱਗੀ ਭਾਜੀ ਉਹਨਾਂ ਦਾ ਲੋਰੀ ਸੀਰੀਅਲ ਮੈਂ ਬਹੁਤ ਵਾਰ, ਔਰ ਉਹਨੂੰ ਮੈਂ ਖੁਦ ਜੀਆ ਹੈ ਉਸ ਕਿਰਦਾਰ ਨੂੰ। ਅਤੇ ਸਰਦਾਰ ਊਧਮ ਲਈ ਅੰਮ੍ਰਿਤਸਰ ਆਡੀਸ਼ਨ ਸੀਗੇ, ਅਤੇ ਮੇਰੇ ਲਈ ਇਹ ਸੀਗਾ ਕਿ ਮੇਰੀ ਮਾਂ ਦਾ ਫਿਰ ਇੱਕ ਵਾਰ ਮੇਰੇ ਲਈ ਅੱਗੇ ਆਉਣਾ, ਕਿਉਂਕਿ ਮੇਰੇ ਨਾਨਕੇ ਅੰਮ੍ਰਿਤਸਰ ਦੇ ਸੀ, ਅਤੇ ਮੈਨੂੰ ਇਹ ਸੀਗਾ ਕਿ ਚਲੋ ਮੈਂ ਉੱਥੇ ਦਾ ਕਹਿ ਕੇ ਹੀ ਆਪਣੇ ਆਪ ਦੇ ਆਡੀਸ਼ਨ ਦਿੱਤੇ। ਮੈਂ ਲੁਧਿਆਣੇ ਦਾ ਦੱਸ ਕੇ ਵੀ ਨਹੀਂ ਦਿੱਤੇ, ਕਿਉਂਕਿ ਲੁਧਿਆਣੇ ਤੋਂ ਆਡੀਸ਼ਨ ਲੈ ਨਹੀਂ ਸੀ ਰਿਹਾ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਜਦੋਂ ਸ਼ੂਟ ਹੋਏਗਾ ਅਤੇ ਆਰਟਿਸਟ ਸਾਡੇ ਕੋਲ ਮੌਕੇ 'ਤੇ ਪਹੁੰਚ ਜਾਏਗਾ। ਮੈਨੂੰ ਲੱਗਿਆ ਕਿ ਮੇਰੇ ਲਈ ਕੋਈ ਛੋਟਾ ਮੋਟਾ ਕੋਈ ਸਾਈਡ ਰੋਲ ਹੋਏਗਾ, ਚਲੋ ਐਂਟਰ ਕਰਨਾ, ਕਿਉਂਕਿ ਇੱਕ ਬਾਲੀਵੁੱਡ ਮੂਵੀ ਹੈ। ਉਹਦੇ ਡਾਇਰੈਕਟਰ ਨੇ ਸ਼ੁਜੀਤ ਸਰਕਾਰ ਸਰ, ਔਰ ਵਿੱਕੀ ਕੌਸ਼ਲ ਸਟਾਰਿੰਗ ਮੂਵੀ ਹੈ, ਜਿਹਦੇ 'ਚ ਮੈਨੂੰ ਇੱਦਾਂ ਲੱਗਦਾ ਕਿ ਮੈਂ ਆਈ ਰੀਅਲੀ ਥੈਂਕਸ ਟੂ ਸ਼ੁਜੀਤ ਸਰਕਾਰ ਸਰ ਐਂਡ ਜੋਗੀ ਮਲੰਗ ਸਰ ਔਰ ਹੋਲ ਦਾ ਟੀਮ ਆਫ ਜੋਗੀ ਕਾਸਟਿੰਗ, ਕਿ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ, ਜੋਗੀ ਸਰ ਉਹਨਾਂ ਨੇ, ਅਤੇ ਚੰਗੇ ਹੱਥਾਂ 'ਚ ਆਏ ਅਸੀਂ। ਉਹਨਾਂ ਨੇ ਸਾਨੂੰ ਪਰਖਿਆ, ਅਤੇ ਜਿਹੜਾ ਕਿਰਦਾਰ ਮਿਲਿਆ ਬੜਾ ਅੱਛਾ ਸੀ, ਭਾਵੇਂ ਛੋਟਾ ਸੀ ਪਰ ਬੜਾ ਜਾਨਦਾਰ ਸੀ। ਜਿੱਦਾਂ ਮੈਨੂੰ ਲੱਗਦਾ ਕਿ ਸ਼ੋਲੇ ਫਿਲਮ ਦੇ ਸਾਂਬਾ ਵਾਲਾ ਕਿਰਦਾਰ ਸੀ, ਕਿ ਛੋਟਾ ਸੀ ਪਰ ਬਹੁਤ ਸਟਰੋਂਗ ਸੀ। ਆਈ ਪਲੇਡ ਐਜ਼ ਅ ਐਸਪੀ ਪਟਿਆਲਾ ਇਨ ਦੈਟ ਮੂਵੀ, ਅਤੇ ਆਡੀਸ਼ਨ ਕੀਤਾ ਬਕਾਇਦਾ, ਕੋਈ ਐਸਾ ਨਹੀਂ, ਕੋਈ ਸ਼ਾਰਟਕਟ ਨਹੀਂ ਹੈ। ਆਡੀਸ਼ਨ ਕਰਨ ਤੋਂ ਬਾਅਦ ਆਪਣਾ ਹੁਨਰ ਦਿਖਾਉਣ ਤੋਂ ਬਾਅਦ ਹੀ ਅੱਗੇ ਜਾਓ, ਤਾਂ ਹੀ ਚੰਗਾ ਲੱਗਦਾ। ਅਤੇ ਜਿਹੜੀ ਤੁਸੀਂ ਉਹਦੇ ਵਿੱਚ ਲਾਈਨ ਬੋਲੀ ਸੀ, ਸਾਨੂੰ ਉਹ ਵੀ ਜ਼ਰੂਰ ਸੁਣਾਓ। ਉਹ ਲਾਈਨ ਐਗਜ਼ੈਕਟਲੀ ਕੁਛ ਪਰਟੀਕੂਲਰ ਡਾਇਲੋਗ ਤਾਂ ਨਹੀਂ ਯਾਦ ਹੈ ਕੀ ਹੈ ਕਿ ਐਸਪੀ ਪਟਿਆਲਾ ਜਿਹੜਾ ਹੈ, ਓਬਵੀਅਸਲੀ ਉਸ ਟਾਈਮ ਬ੍ਰਿਟਿਸ਼ ਇੰਡੀਆ ਦੇ ਵਿੱਚ ਬ੍ਰਿਟਿਸ਼ ਇੰਡੀਆ ਜਿਹੜਾ ਸੀਗਾ, ਅਤੇ ਬ੍ਰਿਟਿਸ਼ ਰੂਲ ਕਰ ਰਹੇ ਨੇ, ਅਤੇ ਊਧਮ ਸਿੰਘ ਦੀ ਇੱਕ ਜਿਹੜੀ ਹੈ ਉਹ ਸ਼ੇਰ ਸਿੰਘ ਦੇ ਨਾਮ 'ਤੇ ਇੱਕ ਸਾਡੇ ਕੋਲ ਅਰਜ਼ੀ ਪਹੁੰਚਦੀ ਹੈ ਪਾਸਪੋਰਟ ਦੀ, ਅਤੇ ਵੈਰੀਫਿਕੇਸ਼ਨ ਦੇ ਲਈ ਓਬਵੀਅਸਲੀ ਥਾਣੇ 'ਚ ਜਾਣੀ ਹੁੰਦੀ ਹੈ। ਅਤੇ ਐਸਪੀ ਪਟਿਆਲਾ ਦੇ ਕੋਲ ਉਹ, ਕਿਉਂਕਿ ਇੱਕ ਸਸਪੈਕਟ ਹੈ ਇਸ ਟਾਈਮ ਕਿ ਵੀ ਗੋਟ ਐਨ ਐਪਲੀਕੇਸ਼ਨ ਔਨ ਦ ਬਿਹਾਫ ਆਫ ਬਾਈ ਦ ਨੇਮ ਆਫ ਸ਼ੇਰ ਸਿੰਘ,
ਬਟ ਦਾ ਸਸਪੈਕਟ ਨੇਮ ਇਜ਼ ਊਧਮ ਸਿੰਘ। ਤੇ ਉਹ ਉਹਨਾਂ ਕਰਕੇ ਆਈ ਕਾਲ ਟੂ ਦਾ ਬ੍ਰਿਟਿਸ਼ ਐਮਪਾਇਰ ਐਂਡ ਇਨਫੋਰਮ ਦੈਟ ਕਿ ਇੱਦਾਂ ਕਰਕੇ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ, ਦੈਟਸ ਮਾਈ ਰੋਲ। ਤੇ ਉਹਦੇ 'ਚ ਵੀ ਆਪਣੀ ਆਵਾਜ਼ ਚੇਂਜ ਕੀਤੀ ਸੀ? ਨਹੀਂ, ਉਹਦੇ 'ਚ ਮੇਰਾ ਲਾਊਡ ਸੀਗਾ। ਹਾਲਾਂਕਿ ਉਹ ਕਹਿ ਰਹੇ ਸੀ ਕਿ ਦੇਖੋ ਉਸ ਟਾਈਮ ਜਿਹੜੇ ਟੈਲੀਫੋਨ ਹੁੰਦੇ ਸੀ ਉਹ ਬਹੁਤ ਨਾਰਮਲ, ਹੈਲੋ ਹਾਂਜੀ ਕਿੱਦਾਂ ਠੀਕ, ਐਦਾਂ ਨਹੀਂ ਗੱਲ ਹੋ ਸਕਦੀ। ਉਹ ਟਰੰਕ ਕਾਲ ਹੁੰਦੀ ਸੀ, ਤੁਸੀਂ ਲੰਡਨ ਕਾਲ ਕਰਨੀ ਹੈ ਤੇ ਯੂ ਹੈਵ ਟੂ ਸੇ। ਤੇ ਬਸ ਉਹ ਐਕਚੁਅਲ ਦੇ ਵਿੱਚ ਉਹਦੇ 'ਚ ਬ੍ਰਿਟਿਸ਼ ਐਮਪਾਇਰ ਤੱਕ ਕਾਲ ਕਰਨੀ ਹੈ। ਟਰੰਕ ਕਾਲ ਹੈ ਜਿਹੜੀ, ਉਹ ਟਰੰਕ ਕਾਲ ਬਹੁਤ ਉੱਚਾ ਬੋਲਣਾ ਪੈਂਦਾ ਸੀ। ਦੈਨ डायरेक्टर सेज अमरजीत कुड यू प्लीज़ लिटिल बिट मोर लाउडर, कि उनको सुनाई नहीं दे रहा होगा ना वो ट्रंक कॉल पे। हाँ, सो SP ਪਟਿਆਲਾ ਸਰ। ਸੋ ਇਸ ਟੋਨ ਦੇ ਵਿੱਚ ਉੱਥੇ ਕੰਮ ਕੀਤਾ ਸੀ। ਤੇ ਤੁਹਾਡੀ ਲਾਈਫ ਦਾ ਮਤਲਬ ਤੁਹਾਡੀ ਫੈਮਿਲੀ 'ਚ ਸਭ ਤੋਂ ਕਲੋਜ਼ ਕੌਣ ਸੀ? ਇੱਕ ਹੁੰਦਾ ਪੇਰੈਂਟਸ ਵਿੱਚ ਮੰਮਾ ਕਲੋਜ਼ ਹੁੰਦੇ ਆ, ਪਾਪਾ ਕਲੋਜ਼ ਹੁੰਦੇ, ਤੁਹਾਡੀ ਲਾਈਫ ਵਿੱਚ ਕੌਣ ਸੀ? ਮੇਰੀ ਓਬਵੀਅਸਲੀ ਮਾਂ ਬਾਪ ਦੋਨੋਂ ਨੇ। ਤੇ ਪਿਤਾ ਰੀੜ੍ਹ ਦੀ ਹੱਡੀ ਹੁੰਦਾ ਤੇ ਮਾਂ ਤੁਹਾਡੇ ਰਗਾਂ 'ਚ ਵਗਦਾ ਖੂਨ ਹੁੰਦਾ, ਦੁੱਧ ਹੁੰਦਾ ਹੈ ਨਾ। ਤੇ ਬਸ ਇਹ ਕਿ ਉਸ ਸੀਨ ਨੂੰ ਮੈਂ ਕਦੀ ਬਹੁਤਾ ਯਾਦ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਮਾਂ ਦੀਆਂ ਜਿਹੜੀਆਂ ਦੁਆਵਾਂ ਨੇ ਨਾ, ਉਹ ਦੁਆਵਾਂ ਵੀ ਮੇਰੇ ਲਈ ਮੈਨੂੰ ਐਂ ਲੱਗਦਾ ਉਹ ਜਿਹੜੀਆਂ ਉਹਨੇ ਮੇਰੇ ਲਈ ਦੁਆਵਾਂ ਮੰਗੀਆਂ ਅੱਜ ਉਹ ਕਿਤੇ ਨਾ ਕਿਤੇ ਮੈਨੂੰ ਕਾਮਯਾਬ ਕਰੀ ਜਾਂਦੀਆਂ ਨੇ। ਪਰ ਮੈਨੂੰ ਜਿਹੜਾ ਸੱਲ ਲੱਗਿਆ ਵਾ ਉਹਦਾ ਕੋਈ ਤੋੜ ਨਹੀਂ ਆ, ਉਹ ਮੇਰਾ ਘਾਟਾ ਪੂਰਾ ਨਹੀਂ ਹੋ ਸਕਦਾ। ਕਿਉਂਕਿ ਮੇਰੇ ਮਦਰ ਦੀਆਂ ਜਿਹੜੀਆਂ ਫਰੈਂਡਸ ਨੇ, ਜਿਹੜੀਆਂ ਸਹੇਲੀਆਂ ਜਿਹਨਾਂ ਨੂੰ ਅਸੀਂ ਮਾਸੀਆਂ ਕਹਿ ਦਿੰਦੇ ਨਾ, ਤੇ ਮਾਸੀਆਂ ਕਹਿ ਦਈਦੀਆਂ, ਉਹ ਉਹਨਾਂ ਨੂੰ ਮੈਂ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ, ਉਹ ਕਹਿੰਦੀਆਂ ਵੀ ਪੁੱਤ ਤੇਰੀ ਮੰਮੀ ਸਾਡੇ ਨਾਲ ਬਹਿ ਕੇ ਗੱਲਾਂ ਕਰਦੀ ਹੁੰਦੀ ਸੀ ਕਿ ਮੇਰਾ ਪੁੱਤ ਕਾਮਯਾਬ ਹੋ ਜੇ, ਇੱਕ ਵਾਰੀ TV ਤੇ ਆ ਜੇ, ਭਾਵੇਂ ਮੈਨੂੰ ਰੱਬ ਅਗਲੇ ਦਿਨ ਚੁੱਕ ਲੇ। ਇੱਕ ਪੇਰੈਂਟਸ ਲਈ ਪ੍ਰਾਊਡ ਮੂਮੈਂਟ ਹੁੰਦਾ ਨਾ, ਸਾਡਾ ਪੁੱਤ ਵੀ ਅੱਗੇ ਜਾਏ। ਪਰ ਉਹਨੇ ਇੰਨੀ ਜ਼ਿਆਦਾ ਅਰਦਾਸਾਂ ਕੀਤੀਆਂ ਸੀ ਵੀ ਮੇਰਾ ਕੁਝ ਬਣ ਨਹੀਂ ਸੀ ਰਿਹਾ। ਮੈਂ ਬੜੀ ਸਟਰਗਲ ਕਰਦਾ ਰਿਹਾ। ਮੈਂ ਤੁਹਾਨੂੰ ਦੱਸਿਆ ਕਿ ਗਾਉਣ ਦੇ ਲਈ ਮੈਂ ਥਾਂ ਥਾਂ ਜਾਣਾ ਭੱਜਣਾ, ਪਰ ਪਤਾ ਨਹੀਂ ਕਿਉਂ ਕੁਝ ਗੱਲ ਨਹੀਂ ਸੀ ਬਣ ਰਹੀ। ਤੇ ਮਾਂ ਪਿਓ ਵੀ ਦੇਖ ਕੇ ਇੱਕ ਵਾਰੀ ਹਤਾਸ਼ ਹੋ ਜਾਂਦੇ ਨੇ ਕਿ ਸਾਡੇ ਪੁੱਤ ਦਾ ਹੀ ਕੰਮ ਨਹੀਂ ਬਣਦਾ। ਫਿਰ ਉਹਨਾਂ ਕਦੀ ਗੁਰਦੁਆਰੇ ਮੰਦਰ ਮੱਥਾ ਟੇਕ ਜੇ ਕਰ ਅਰਦਾਸਾਂ ਕਰਦੇ ਰਹਿਣ। ਫਿਰ ਉਹਨਾਂ ਦੇ ਮੂੰਹ ਕਦੀ ਇੱਦਾਂ ਦੇ ਜਿਹੜੇ ਸ਼ਬਦ ਨਿਕਲੇ, ਮੈਂ ਸੋਚਦਾ ਕਿ ਸੱਚੇ ਪਾਤਸ਼ਾਹ ਐਸੇ ਸ਼ਬਦ ਕਿਸੇ ਮਾਂ ਦੇ ਮੂੰਹ ਨਾ ਕਢਾਈ ਕਿ ਪੁੱਤ ਤਾਂ ਕਾਮਯਾਬ ਹੋ ਜੇ, ਪਰ ਉਹ ਕਾਮਯਾਬੀ ਮਾਣਦਾ ਫਿਰ ਅੰਦਰ ਇੱਕ ਸੱਲ ਲੈ ਕੇ ਨਾ ਬੈਠਾ ਰਵੇ ਮੇਰੇ ਵਾਂਗੂ। ਕਿਉਂਕਿ ਸਭ ਕੁਝ ਹੈਗਾ, ਹੁਣ ਕਾਮਯਾਬੀ ਵੀ ਮਿਲ ਰਹੀ ਹੈ, ਸਭ ਕੁਝ ਹੈ, ਸਰੋਤਿਆਂ ਦਾ ਪਿਆਰ ਵੀ ਮਿਲ ਰਿਹਾ, ਅੱਗੋਂ ਵੀ ਉਮੀਦ ਹੈ ਮਿਲਦਾ ਰਹੇਗਾ। ਪਰ ਜਿਹਨੇ ਗਲ 'ਚ ਢੋਲ ਪਾ ਲੈਣਾ ਹੁੰਦਾ ਨਾ, ਮਾਂ ਨੇ ਕਹਿਣਾ ਹੁੰਦਾ ਆ ਮੇਰਾ ਪੋਤਾ ਵੇਖਿਆ TV ਤੇ ਆਉਂਦਾ, ਤੇ ਅੱਜ ਉਹ ਨਹੀਂ ਹੈਗੀ। ਕਿਉਂਕਿ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਮੇਰਾ ਪੁੱਤ ਇੱਕ ਵਾਰੀ TV ਤੇ ਆ ਜਾਏ ਫਿਰ ਭਾਵੇਂ ਰੱਬ ਮੈਨੂੰ ਅਗਲੇ ਦਿਨ ਚੁੱਕ ਲੇ। ਤੇ ਮੈਨੂੰ ਦੱਸਦੇ ਹਮੇਸ਼ਾ ਇਹ ਬੜਾ ਮਹਿਸੂਸ ਹੁੰਦਾ ਕਿ ਜਦੋਂ ਮੈਂ ਪਹਿਲੇ ਦਿਨ ਸਿਲੈਕਸ਼ਨ ਹੋਣ ਤੋਂ 1.5 ਸਾਲ ਬਾਅਦ ਸਾਡੀ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਮੈਂ ਪਹਿਲੀ ਵਾਰੀ ਔਨ 에ਅਰ ਹੋਣਾ ਸੀ TV ਤੇ ਉੱਤੇ, ਦੂਰਦਰਸ਼ਨ ਤੇ ਲਾਈਵ ਆਉਣਾ ਸੀ। ਤੇ ਮੇਰੀ ਮਾਂ ਅਨਕੌਂਸ਼ੀਅਸ ਸੀ, ਮੈਂ TV ਸੀ ਸਾਡੇ ਕੋਲ ਉਸ ਟਾਈਮ, ਤੇ ਮੈਂ TV ਤੇ ਆਇਆ, ਨੋਟ LCD, ਕੋਈ ਵੱਡਾ TV ਨਹੀਂ ਸੀ, ਛੋਟਾ TV ਜਿਹੜਾ ਹੁੰਦਾ ਨਾਰਮਲ, ਉਹਦੇ ਤੇ ਮੈਂ ਆਇਆ। ਤੇ ਮੇਰੀ ਮਾਂ ਮੈਨੂੰ ਸ਼ਾਇਦ ਪਤਾ ਨਹੀਂ ਦੇਖ ਸਕੀ ਹੈ ਨਹੀਂ ਦੇਖ ਸਕੀ ਹੈ, ਤੇ ਅਗਲੇ ਦਿਨ ਮੇਰੀ ਮਾਂ ਮੇਰੇ ਹੱਥਾਂ 'ਚ ਆਪਣੀ ਜਾਨ ਤਿਆਗ ਕੇ ਚਲੀ ਗਈ। ਉਹ ਸਾਲ ਨਹੀਂ ਜਾਂਦਾ। ਮੈਨੂੰ ਬੜੀ ਸਾਰੀ ਲੋਕਾਂ ਦੇ ਕਾਲ ਆਏ, ਅਮਰਜੀਤ ਸਾਨੂੰ ਪਤਾ ਸੀ ਤੂੰ ਕਰ ਲੈਣਾ, ਤੂੰ ਪਹੁੰਚੇਗਾ ਕਿਤੇ ਨਾ ਕਿਤੇ, ਤੂੰ ਸਾਨੂੰ ਗਾਣੇ ਸੁਣਾਉਂਦਾ ਸੀ, ਤੂੰ ਇੱਦਾਂ ਕਰਦਾ ਸੀ, ਤੂੰ ਉੱਦਾਂ ਕਰਦਾ ਸੀ, ਅੱਜ ਤੂੰ ਦੂਰਦਰਸ਼ਨ 'ਤੇ ਆ, ਅੱਜ ਤੂੰ ਰੇਡੀਓ 'ਤੇ ਆ, ਸਾਨੂੰ ਬੜੀ ਖੁਸ਼ੀ ਹੈ ਤੇਰੇ 'ਤੇ। ਫਿਰ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਭਾਜੀ ਮੰਮੀ ਪੂਰੇ ਹੋ ਗਏ। ਮੈਂ ਲੋਕ ਮੈਨੂੰ ਵਧਾਈ ਦੇ ਰਹੇ ਨੇ, ਪਰ ਮੈਂ ਉਹਨਾਂ ਨੂੰ ਸੁਨੇਹਾ ਦੇ ਰਿਹਾ ਆਪਣੀ ਮਾਂ ਦੇ ਗੁਜ਼ਰ ਜਾਣ ਦਾ। ਮੈਨੂੰ ਅੱਜ ਵੀ ਸਮਝ ਨਹੀਂ ਆਉਂਦੀ ਵੀ ਮੈਂ ਤੁਹਾਡੇ ਨਾਲ ਕਿਸ ਵੇ ਨਾਲ ਗੱਲ ਕਰਾਂ, ਕਿ ਮੈਂ ਬਹੁਤ ਖੁਸ਼ ਹਾਂ ਜਾਂ ਮੈਂ ਬਹੁਤ ਘਾਟੇ 'ਚ। ਤੇ ਤੁਹਾਡੀ ਮੰਮਾ ਨਾਲ ਇੱਕ ਪਿਆਰਾ ਮੂਮੈਂਟ ਜੋ ਤੁਸੀਂ ਸ਼ੇਅਰ ਕਰਨਾ ਚਾਹੋ? ਇੱਕ ਪਲ ਪਿਆਰਾ ਹੈ ਜੰਮਣ ਤੋਂ ਲੈ ਕੇ ਹੁਣ ਤੱਕ। ਮੈਨੂੰ ਜਦੋਂ ਦੀ ਮੇਰੀ ਸੋਝੀ ਹੈ, ਮੇਰੀ ਮਾਂ ਹੀ ਮੇਰਾ ਸਾਰਾ ਕੁਝ ਹੈ। ਤੇ ਕਿਉਂਕਿ ਉਹਦੇ ਲਈ ਮੈਂ 2 ਲਾਈਨਾਂ ਕਹਿਣਾ ਹੁੰਦਾ ਕਿ ਮਾਂ ਦੇ ਲਈ ਇੱਕ ਗਾਣਾ ਲੈ ਰਹੇ ਹਾਂ, ਠੀਕ ਹੈ, ਉਹਨੂੰ ਕੱਟ ਲਿਓ। ਹੋ ਮਾਂ ਮਾਣਤ ਰਾਣੇ ਪੁੱਤਰਾਂ ਦਾ, ਨਹੀਂ ਰਿਸ਼ਤਾ ਮਾਂ ਦੇ ਸਾਕ ਵਰਗਾ। ਪੁੱਤਰ ਭਾਵੇਂ ਜ਼ਮਾਨੇ ਦਾ ਵਲੀ ਹੋਵੇ, ਨਹੀਂ ਜੇ ਮਾਂ ਦੇ ਪੈਰ ਦੀ ਖਾਕ ਵਰਗਾ। ਜਾਂਦਾ ਤੁਰਿਆ ਜਾਂਦਾ ਬੜਾ ਮਾਣ ਮਾਵਾਂ ਦੀ ਛਾਂ ਦਾ, ਜਾਂਦਾ ਤੁਰਿਆ ਜਾਂਦਾ
ਬੜਾ ਮਾਣ ਮਾਵਾਂ ਦੀ ਛਾਂ ਦਾ। ਹੋ ਜਿਸ ਕਰ ਮਾਂ ਨਾ ਹੋਵੇ, ਰੱਬ ਫੇਰ ਕੇ ਮੂੰਹ ਲੰਘ ਜਾਂਦਾ, ਜਾਂਦਾ ਤੁਰਿਆ ਜਾਂਦਾ, ਬੜਾ ਮਾਣ ਮਾਵਾਂ। ਇਹ ਭਾਜੀ ਇਹ ਸਾਰਾ ਦੁਬਾਰਾ ਕਰ ਸਕਦੇ ਹੋ। ਮਾਣ ਤਰਾਣ ਇਹ ਪੁੱਤਰਾਂ ਦਾ, ਨਹੀਂ ਰਿਸ਼ਤਾ ਮਾਂ ਦੇ ਸਾਕ ਵਰਗਾ, ਪੁੱਤਰ ਭਾਵੇਂ ਜ਼ਮਾਨੇ ਦਾ ਵਲੀ ਹੋਵੇ, ਨਹੀਂ ਜੇ ਮਾਂ ਦੇ ਪੈਰ ਦੀ ਖਾਕ ਵਰਗਾ, ਜਾਂਦਾ ਤੁਰਿਆ ਜਾਂਦਾ, ਬੜਾ ਮਾਣ ਮਾਵਾਂ ਦੀ ਛਾਂ ਦਾ। ਹੋ ਜਿਸ ਕਰ ਮਾਂ ਨਾ ਹੋਵੇ, ਰੱਬ ਫੇਰ ਕੇ ਮੂੰਹ ਲੰਘ ਜਾਂਦਾ, ਜਾਂਦਾ ਤੁਰਿਆ ਜਾਂਦਾ, ਬੜਾ ਮਾਣ ਮਾਵਾਂ ਦੀ ਛਾਂ ਦਾ। ਬਹੁਤ ਪਿਆਰਾ ਗਾਉਂਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰਾ ਗਾਉਂਦੇ ਨੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਕਿ ਭਾਵੇਂ ਤੁਹਾਡੀ ਮਾਂ ਇੱਥੇ ਨਹੀਂ ਗਈ ਪਰ ਉੱਪਰ ਬਹਿ ਕੇ ਵੀ ਤੁਹਾਡੇ ਤੇ ਪ੍ਰਾਊਡ ਫੀਲ ਕਰ ਰਹੇ ਹੋਣਗੇ ਕਿ ਮੇਰਾ ਪੁੱਤ ਅੱਜ ਇੱਥੇ ਹੈ। ਇਹ ਸੀ ਸਾਡੇ ਨਾਲ ਅਮਰਜੀਤ ਸਿੰਘ ਸੂਰੀ, ਜਿਨ੍ਹਾਂ ਦੀ ਆਵਾਜ਼ ਤਾਂ ਤੁਸੀਂ ਸੁਣੀ ਲਈ ਹੋਵੇਗੀ, ਜਿਹੜੇ ਪੰਜਾਬੀ ਦੇ ਨਾਲ ਨਾਲ ਤਮਿਲ ਤੇ ਤੇਲਗੂ ਵਿੱਚ ਵੀ ਗਾਉਂਦੇ ਹਨ। ਤੇ ਬਸ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ, ਤੁਸੀਂ ਆਪਣਾ ਸਾਥ ਜ਼ਰੂਰ ਦਿਓ ਤੇ ਉਹਨਾਂ ਨੂੰ ਉਚਾਈਆਂ ਤੱਕ ਪਹੁੰਚਾਓ। ਕੈਮਰਾਮੈਨ ਪ੍ਰਕਾਸ਼ ਜੱਸਾ ਦੇ ਨਾਲ ਮੈਂ ਹਰਪ੍ਰੀਤ ਕੌਰ, ਡੇਲੀ ਪੋਸਟ ਪੰਜਾਬੀ, ਲੁਧਿਆਣਾ।